पते बिघन बिनासन सोई। वाहिगुरु जी की फतेह। बिघन बिनासन सोए। सत संगत मिल सेवा करनी। मन मलीनता सकली हरनी। सत नाम सिमरो दिन राती। हृदय श्रद्धा धर पल भांति। वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करते हैं। जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार। सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारन आए श्री गुरु नानक देव महाराज जी का है। प्रसंग है सतगुरु गुरु नानक साहब महाराज दिल्ली आए सन। सतगुरां दी चरण छो प्राप्त जो धरती है उहदे विच एक गुरुद्वारा है, गुरुद्वारा साहब मजनू का टिला। ये जिहड़ा गुरुद्वारा है इत्थे गुरु नानक साहब सुनो तो जिथे गुरुआं दा जीवन मिलेगा उत्थे तुहानूं उस वक्त दा जिहड़ा इतिहास है तुहानूं वो भी समझ आ जाएगा। जिहड़ी पंक्ति बार बार असी दृढ़ करते हैं कि पहला पानी जियो है, असल विच पानी पानी नहीं मिलिया पर पानी होण दियां निशानियां मिलियां। पानी तो बिना जीवन नहीं है। तो गुरु नानक साहब महाराज ने खुद पानी पिया के जिहड़ियां अज असी छबीलां लाउने आ
ਜਿਹੜਾ ਅਸੀਂ ਰਾਹਗੀਰਾਂ ਨੂੰ ਮੁਸਾਫਰਾਂ ਨੂੰ ਪਾਣੀ ਪਿਆਉਂਦੇ ਆ, ਇਹ ਮਾਰਗ ਦਰਸ਼ਨ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਲੀ ਵਿੱਚ ਬੈਠ ਕੇ ਦਿੱਤਾ ਹੈ। ਜਾਂ ਇਉਂ ਕਹਿ ਲਈਏ ਕਿ ਗੁਰੂ ਘਰਾਂ ਦੇ ਵਿੱਚ ਜਿਹੜੇ ਪਿਆਓ ਤੇ ਛਬੀਲਾਂ ਦੀ ਸ਼ੁਰੂਆਤ ਹੈ, ਜਾਂ ਸਿੱਖੀ ਵਿੱਚ ਹੀ ਕਹੀਏ ਤੇ ਤਾਂ ਵੀ ਕੋਈ ਅਤ ਕਥਨੀ ਨਹੀਂ ਹੈ, ਇਹ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਈ ਹੈ। ਇਹ ਸਭ ਤੋਂ ਵੱਡੀ ਮਹਾਨ ਸੇਵਾ ਹੈ। ਮੈਂ ਕਈ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਹੈ। ਅੱਜ ਕੱਲ੍ਹ ਦੇ ਦਿਨ ਸੀ, ਮੈਂ ਘਰੇ ਸਾਂ, ਮੇਰੇ ਹੀ ਸਰਨਾਮੀਏ ਸਨ, ਪਰ ਮੇਰੇ ਤੋਂ ਬਹੁਤ ਵੱਡੇ ਸਨ, ਹਿੰਦੂ ਵੀਰ ਸਨ। ਸਾਡਾ ਪਿੰਡ ਮਿਕਸ ਹੈ, ਅੱਧੇ ਹਿੰਦੂ ਅੱਧੇ ਸਰਦਾਰ। ਤੇ ਉਹ ਜਦੋਂ ਘਰ ਆਏ ਤੇ ਮੈਂ ਕਿਹਾ, ਭਾਊ ਜੀ ਚਾਹ ਪੀਓਗੇ? ਮੈਂ ਇਕੱਲਾ ਸੀ। ਆਪਣੇ ਵੱਲੋਂ ਮੈਂ ਉਹਨਾਂ ਦੀ ਆਓ ਭਗਤ ਲਈ ਪੁੱਛਿਆ ਤੇ ਉਹਨਾਂ ਨੇ ਮੈਨੂੰ ਬੜੀ ਸੋਹਣੀ ਗੱਲ ਕਹੀ। ਕਹਿਣ ਲੱਗੇ, ਛੋਟੇ ਵੀਰ, ਪਹਿਲਾਂ ਪਾਣੀ ਪੁੱਛੀਦਾ ਹੈ। ਚਾਹ ਤੇ ਕੋਈ ਪੀਵੇ ਨਾ ਪੀਵੇ, ਪਾਣੀ ਤੇ ਸਾਰੀ ਦੁਨੀਆ ਪੀਵੇਗੀ। ਸੋ ਇਸ ਕਰਕੇ ਗੁਰੂ ਸਾਹਿਬ ਪਿਤਾ ਮਹਾਰਾਜ ਇੱਥੇ ਰਹੇ। ਇੱਥੋਂ ਦਾ ਰਾਜਾ, ਇੱਥੋਂ ਦਾ ਕਾਜੀ, ਇੱਥੋਂ ਦਾ ਇੱਕ ਪੀਰ ਜਿਹਦਾ ਨਾਂ ਨਿਜ਼ਾਮੁਦੀਨ ਲਿਖਿਆ ਹੈ। ਇਹ ਨਿਜ਼ਾਮੁਦੀਨ ਔਲੀਆ ਉਹ ਨਹੀਂ ਹੈ ਜਿਹੜਾ ਆਸ਼ਰਮ ਵਾਲੇ ਪਾਸੇ, ਭੋਗਲ ਵਾਲੇ ਪਾਸੇ, ਇੰਡੀਆ ਗੇਟ ਤੋਂ ਅੱਗੇ ਜਿਹੜੀ ਇੱਕ ਦਰਗਾਹ ਨਿਜ਼ਾਮੁਦੀਨ ਦੀ ਹੈ, ਇਹ ਉਹ ਨਿਜ਼ਾਮੁਦੀਨ ਪੀਰ ਨਹੀਂ ਹੈ। ਉਹਨਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਬਾਬਾ ਫਰੀਦ ਜੀ ਦੇ ਅੱਗੋਂ ਵਰਸਾਏ ਹੋਏ ਹਨ। ਇਹਦਾ ਇੱਥੇ ਜ਼ਿਕਰ ਨਹੀਂ ਆਇਆ, ਕੋਈ ਹੋਰ ਫਕੀਰ ਹੋਏਗਾ। ਇਹਨਾਂ ਨੇ ਫਿਰ ਗੁਰੂ ਸਾਹਿਬ ਪਿਤਾ ਮਹਾਰਾਜ ਦੇ ਪ੍ਰਤੀ ਇੱਕ ਬੇਨਤੀ ਕੀਤੀ ਹੈ, ਕੌਤਕ ਦੇਖ ਬਿਸਮ ਭੇ ਸਭ ਹੀ, ਬਾਰ ਬਾਰ ਬੰਧੈ ਪਦ ਤਬ ਹੀ। ਕੌਤਕ ਵੇਖ ਲੈ। ਹੁਣ ਇਹ ਗੁਰੂ ਦੇ ਚਰਨਾਂ ਤੇ ਮੱਥੇ ਟੇਕਦੇ ਨੇ। ਕਹਿਣ ਲੱਗੇ ਨਿਜ ਦੇਹੋ ਉਪਦੇਸ਼ਾ, ਤੁਮ ਖੁਦਾਏ ਤਨ ਧਰ ਦਰਵੇਸ਼ਾ। ਕਹਿਣ ਲੱਗੇ ਜੀ ਉਪਦੇਸ਼ ਦਿਓ, ਤੁਸੀਂ ਖੁਦਾ ਦਾ ਰੂਪ ਹੋ, ਤੇ ਹੁਣ ਜੇ ਆਏ ਹੋ ਤੇ ਸਾਨੂੰ ਸਿੱਖਿਆ ਦਿਓ। ਇੱਥੋਂ ਅੱਜ ਦੀ ਕਥਾ ਆਰੰਭ ਹੈ। ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਹਾਂਜੀ। ਸ਼੍ਰੀ ਗੁਰ ਭਨੈ ਸੁਨੋ ਪਾਤਸ਼ਾਹ, ਧਰਮ ਨਿਆਏ ਕੀਜੇ ਚਿਤ ਚਾਹੇ। ਸ਼੍ਰੀ ਗੁਰ ਭਨੈ ਸੁਨੋ ਪਾਤਸ਼ਾਹ, ਧਰਮ ਨਿਆਏ ਕੀਜੇ ਚਿਤ ਚਾਹੇ। ਸ਼੍ਰੀ ਗੁਰ ਭਨੈ, ਸਤਿਗੁਰੂ ਕਹਿਣ ਲੱਗੇ ਪਹਿਲਾ ਉਪਦੇਸ਼ ਰਾਜਾ ਤੈਨੂੰ ਹੈ। ਜੇ ਤੂੰ ਮੰਗਿਆ, ਜੇ ਤੂੰ ਪੁੱਛਿਆ ਤਾਂ ਅਸੀਂ ਦੱਸ ਦਿੰਨੇ ਆ। ਪਹਿਲਾ ਉਪਦੇਸ਼ ਹੈ ਰਾਜੇ ਲਈ, ਧਰਮ ਦਾ ਨਿਆਂ ਕਰੇ। ਇਹ ਨਹੀਂ ਕਿ ਮੰਤਰੀ ਨੇ ਕਹਿਤਾ ਤੇ ਮੰਤਰੀ ਦੇ ਫੇਵਰ ਦਾ ਕਰ ਦਿਓ, ਕਿਸੇ ਅਹਿਲਕਾਰ ਨੇ ਕਹਿਤਾ ਤੇ ਉਹਦੀ ਮਰਜ਼ੀ ਦਾ ਕਰ ਦਿਓ। ਸਾਡੇ 'ਚ ਇਦਾਂ ਹੀ ਹੁੰਦਾ। ਅਸੀਂ ਜਿਸ ਮਰਜ਼ੀ ਕੁਰਸੀ ਤੇ ਬੈਠੇ ਹੋਈਏ, ਸਿਪਾਹੀ ਤੋਂ ਲੈ ਕੇ ਜੱਜ ਤੱਕ, ਹਾਲਾਤ ਸਾਡੇ ਇਹ ਨੇ ਕਿ ਕੋਈ ਨਾ ਕੋਈ ਸਿਫਾਰਸ਼ੀ ਬੰਦਾ ਆਉਂਦਾ ਹੈ, ਉਹ ਆਪਣੀ ਮਰਜ਼ੀ ਦਾ ਫੈਸਲਾ ਕਰਾ ਕੇ ਗਾਂਹ ਜਾਂਦਾ ਹੈ। ਹੁਣ ਤੁਸੀਂ ਕਹੋਗੇ ਜੀ ਇਹਦੇ 'ਚ ਕੀ ਮਾੜਾ ਹੈ? ਮੈਂ ਬਹੁਤ ਵਾਰੀ ਬੇਨਤੀ ਕੀਤੀ, ਮਾੜੇ ਦਾ ਤਾਂ ਕੋਈ ਲੇਖਾ ਜੋਖਾ ਹੀ ਨਹੀਂ। ਵੇਖੋ, ਇੱਕ ਨੌਕਰੀ ਦੀ ਪੋਸਟ ਹੈ, ਬੜੇ ਸਾਰੇ ਬੰਦਿਆਂ ਨੇ ਅਪਲਾਈ ਕੀਤਾ। ਇੱਕ ਆਦਮੀ ਸਿਫਾਰਸ਼ੀ ਆਇਆ, ਨੌਕਰੀ ਲੈ ਕੇ ਚਲਾ ਗਿਆ। ਉਸ ਨੌਕਰੀ ਦੇ ਉੱਤੇ ਜਿਹੜਾ ਬੱਚਾ ਡਿਜ਼ਰਵ ਕਰਦਾ ਹੋਏ, ਮੇਰੀ ਬੇਨਤੀ ਸਮਝੇ, ਅਗਰ ਇੰਟਰਵਿਊ ਹੁੰਦੀ, ਅਗਰ ਐਗਜ਼ਾਮ ਹੁੰਦਾ, ਤੇ ਜਿਸ ਬੱਚੇ ਨੇ ਕੁਆਲੀਫਾਈ ਹੋ ਕੇ ਉਹ ਨੌਕਰੀ ਲੈਣੀ ਸੀ, ਉਹਦਾ ਹੱਕ ਤੇ ਮਾਰਿਆ ਗਿਆ।
ਅੱਛਾ, ਜਿਹੜਾ ਆਦਮੀ ਸਿਫਾਰਿਸ਼ ਨਾਲ ਆਇਆ ਹੈ, ਤੁਸੀਂ ਕੀ ਸੋਚਦੇ ਹੋ ਵੀ ਉਹ ਇਮਾਨਦਾਰੀ ਨਾਲ ਨੌਕਰੀ ਕਰੇਗਾ? ਸਵਾਲ ਹੀ ਪੈਦਾ ਨਹੀਂ ਹੁੰਦਾ। ਇੱਥੇ ਨਾ ਦਿੱਲੀ ਵਿੱਚ ਇੱਕ ਸਕੂਲ ਹੈ, ਔਰ ਸਿੱਖਾਂ ਦੇ ਸਕੂਲਾਂ ਦੇ ਵਿੱਚੋਂ ਨੰਬਰ 1 ਹੈ। ਫੀਸ ਘੱਟ, ਪੜ੍ਹਾਈ ਵਧੀਆ। ਉਹਨੂੰ ਪੁੱਛਿਆ ਵੀ ਤੇਰੇ ਸਕੂਲ ਵਧੀਆ ਹੋਣ ਦਾ ਕਾਰਨ ਕੀ ਹੈ? ਉਹ ਕਹਿੰਦਾ ਜੀ ਮੈਂ ਇੱਕ ਗੱਲ ਦਾ ਧਿਆਨ ਰੱਖਦਾ ਕਿ ਜੇ ਬੱਚਾ ਗਲਤ ਐਡਮਿਸ਼ਨ ਲੈ ਗਿਆ ਸਕੂਲ ਵਿੱਚ, ਉਹ ਕਿੰਨੇ ਸਾਲ ਤੰਗ ਕਰੇਗਾ? ਵੱਧ ਤੋਂ ਵੱਧ 12 ਸਾਲ। ਇੱਕ ਦੋ ਵਾਰੀ ਫੇਲ ਹੋ ਜਾਏਗਾ ਤੇ 14 ਸਾਲ। ਪਰ ਜੇ ਟੀਚਰ ਮਾੜਾ ਭਰਤੀ ਹੋ ਗਿਆ, 22, 23, 24 ਸਾਲ ਦੀ ਉਮਰ ਵਿੱਚ, ਕਹਿੰਦਾ 60 ਸਾਲ ਦੀ ਉਮਰ ਤੱਕ ਤੰਗ ਕਰੇਗਾ। ਇਸ ਕਰਕੇ ਮੈਂ ਨੌਕਰੀ ਦੇਣ ਲੱਗਿਆ ਕੋਈ ਸਿਫਾਰਿਸ਼ ਨਹੀਂ ਮੰਨਦਾ। ਮੈਂ ਕਿਹਾ ਜੀ ਕਿਉਂ? ਕਹਿੰਦਾ ਪਹਿਲਾਂ ਸਿਫਾਰਿਸ਼ ਨਾਲ ਨੌਕਰੀ ਲਵੇਗਾ, ਫਿਰ ਰੋਜ਼ ਸਿਫਾਰਿਸ਼ ਨਾਲ ਛੁੱਟੀ ਲਵੇਗਾ, ਫਿਰ ਹਰ ਸਿਫਾਰਿਸ਼ ਤੇ ਪ੍ਰਮੋਸ਼ਨ ਮੰਗੇਗਾ। ਕਹਿੰਦਾ ਮੈਂ ਤੇ ਸਾਰੀ ਉਮਰ ਇਹੋ ਹੀ ਕੰਮ ਕਰਾਂਗਾ। ਫਿਰ ਸਾਨੂੰ ਗੱਲ ਹੀ ਨਹੀਂ ਸਮਝ ਆ ਰਹੀ। ਹਿੰਦੁਸਤਾਨ ਦੀ ਬਦਕਿਸਮਤੀ ਇਸੇ ਕਰਕੇ ਹੈ ਕਿ ਜਿਹੜੇ ਲੋਕ ਡਿਜ਼ਰਵ ਕਰਦੇ ਨੇ ਉਹ ਰਹਿ ਜਾਂਦੇ ਨੇ, ਪੈਸੇ ਸਿਫਾਰਸ਼ੀ ਅੱਗੇ ਆ ਜਾਂਦੇ ਨੇ, ਤੇ ਐਸੇ ਲੋਕਾਂ ਨੇ ਹਿੰਦੁਸਤਾਨ ਦਾ ਪੱਠਾ ਬਿਠਾ ਦਿੱਤਾ। ਆ ਜਿਹੜੀ ਬੇੜੀ ਡੁੱਬੀ ਹੈ, ਇਹ ਡਿਜ਼ਰਵ ਕਰਨ ਵਾਲੇ ਇੰਟੈਲੀਜੈਂਟ ਬੱਚਿਆਂ ਨਾਲ ਨਹੀਂ ਡੁੱਬੀ। ਜਿਹੜਾ ਬੱਚਾ ਮਿਹਨਤ ਕਰਕੇ ਕੁਰਸੀ ਤੇ ਆਇਆ ਹੈ, ਉਹ ਕਦੇ ਵੀ ਅੱਗੋਂ ਕਿਸੇ ਬੱਚੇ ਨੂੰ ਇਹ ਪਾਠ ਨਹੀਂ ਪੜ੍ਹਾਏਗਾ ਕਿ ਤੁਸੀਂ ਪੈਸੇ ਤੇ ਸਿਫਾਰਿਸ਼ ਨਾਲ ਅੱਗੇ ਵਧਣਾ ਹੈ। ਉਹ ਇੱਕੋ ਗੱਲ ਕਹੇਗਾ, ਬੱਚੇ ਮੈਂ ਮਿਹਨਤ ਕੀਤੀ, ਤੁਸੀਂ ਵੀ ਕਰੋ। ਵਿਦੇਸ਼ਾਂ ਵਿੱਚ ਕੀ ਹੈ? ਤੁਹਾਡੇ ਬੱਚੇ ਇੱਥੋਂ ਅਮਰੀਕਾ ਜਾਂਦੇ, ਕੈਨੇਡਾ ਜਾਂਦੇ ਨੇ, ਕਦੇ ਸੁਣਿਆ ਤੁਸੀਂ ਕਿ ਤੁਹਾਡੇ ਬੱਚੇ ਨਾਲ ਪਾਰਸ਼ੈਲਿਟੀ ਹੋਈ ਹੋਵੇ? ਕਦੇ ਸੁਣਿਆ ਤੇ ਮੈਨੂੰ ਜ਼ਰੂਰ ਦੱਸਣਾ ਤੁਸੀਂ। ਇੱਥੋਂ ਗਏ ਬੱਚੇ ਨੂੰ ਉੱਥੋਂ ਦੀਆਂ ਗੌਰਮੈਂਟਾਂ ਵਜ਼ੀਫਾ ਦਿੰਦੀਆਂ ਨੇ, ਕਹਿੰਦੀਆਂ ਬੱਚਾ ਬੜਾ ਇੰਟੈਲੀਜੈਂਟ ਹੈ। ਸਾਡੇ ਹੁੰਦੇ ਤਾਂ ਅਸੀਂ ਕੁੱਟ-ਕੁੱਟ ਹੀ ਮਾਰ ਦਿੰਦੇ ਵੀ ਇਹ ਤੇ ਦੂਜੇ ਮੁਲਕ ਦਾ ਬੱਚਾ ਹੈ ਜੀ। ਇੱਥੇ ਦੂਜੀ ਜਾਤ ਦਾ ਬੱਚਾ ਹੋਵੇ, ਦੂਜੇ ਧਰਮ ਦਾ ਹੋਵੇ ਤੇ ਕੁੱਟ-ਕੁੱਟ ਕੇ ਮਾਰ ਦਿੰਦੇ ਨੇ। ਦੂਜੇ ਮੁਲਕ ਵਾਲੇ ਨੂੰ ਕਿੰਨੇ ਬਰਦਾਸ਼ਤ ਕਰਨਾ ਹੈ? ਸੱਚੇ ਪਾਤਸ਼ਾਹ ਨੇ ਆਖਿਆ, ਰਾਜਾ ਸਭ ਤੋਂ ਪਹਿਲਾ ਧਰਮ ਤੇਰਾ ਇਹ ਹੈ ਕਿ ਤੂੰ ਨਿਆਂ ਕਰਨਾ ਹੈ। ਜੇ ਤੂੰ ਮੰਗਿਆ ਮੇਰੇ ਕੋਲੋਂ ਕਿ ਉਪਦੇਸ਼ ਦਿਓ, ਬਾਕੀ ਜੋ ਕਰਨਾ ਉਹ ਗੱਲਾਂ ਸੈਕੰਡ ਨੇ, ਪਰ ਜਦੋਂ ਨਿਆਂ ਕਰੇ ਤੇ ਧਰਮ ਦਾ ਕਰੀ, ਬਰਾਬਰ ਕਰੀ, ਕਿਸੇ ਦਾ ਹੱਕ ਨਾ ਮਾਰੀ, ਕਿਸੇ ਦੀ ਨਜਾਇਜ਼ ਤਰਫਦਾਰੀ ਨਾ ਕਰੀ। ਹਾਂਜੀ। ਕਾਜੀ ਨਹਿ ਰਿਸ਼ਵਤ ਕਬ ਲੀਜੈ, ਰਾਖੋ ਧਰਮ ਨਾ ਕਹਿ ਦੁਖ ਦੀਜੈ। ਰਹੀ ਗੱਲ ਕਾਜੀ ਤੁਹਾਡੀ ਕਿ ਤੁਹਾਨੂੰ ਵੀ ਉਪਦੇਸ਼ ਚਾਹੀਦਾ ਹੈ, ਤਾਂ ਫਿਰ ਤੁਹਾਡੇ ਲਈ ਉਪਦੇਸ਼ ਹੈ ਵੀ ਰਿਸ਼ਵਤ ਲੈ ਕੇ ਗਵਾਹੀ ਨਹੀਂ ਦੇਣੀ। ਇਹ ਨਹੀਂ ਕਿ ਕਿਸੇ ਨੇ ਰਿਸ਼ਵਤ ਦੇ ਦਿੱਤੀ ਤੇ ਤੂੰ ਸ਼ਰ੍ਹਾ ਹੋਰ ਪੜ੍ਹ ਦੇਵੇਂ। ਕੋਈ ਰਿਸ਼ਵਤ ਦੇ ਦੇਵੇ ਤੇ ਸ਼ਰ੍ਹਾ ਹੋਰ ਪੜ੍ਹ ਦੇਵੇ। ਮੈਂ ਇੱਕ ਗੱਲ ਹਮੇਸ਼ਾ ਸੁਣਾਇਆ ਕਰਦਾ ਕਿ ਇੱਕ ਸੀ ਜ਼ਿਮੀਂਦਾਰ ਜੱਟ ਆਦਮੀ, ਇੱਕ ਸੀ ਦੁਕਾਨਦਾਰ ਬਾਣੀਆ ਆਦਮੀ, ਵਪਾਰੀ ਆਦਮੀ। ਦੋਵਾਂ ਦਾ ਝਗੜਾ ਹੋ ਗਿਆ, ਕੇਸ ਜੱਜ ਕੋਲੇ ਚਲਾ ਗਿਆ। ਹੁਣ ਬਾਣੀਏ ਨੇ ਕੀ ਕੀਤਾ? ਬਾਣੀਏ ਨੇ ਜਾ ਕੇ ਜੱਜ ਨੂੰ ਇੱਕ ਪੱਗ ਦਿੱਤੀ, ਕੁਝ ਪੈਸੇ ਦਿੱਤੇ ਕਿ ਜੱਜ ਸਾਹਿਬ ਫੈਸਲਾ ਮੇਰੇ ਹੱਕ ਵਿੱਚ ਹੋਣਾ ਚਾਹੀਦਾ ਹੈ। ਉਹ ਜ਼ਿਮੀਂਦਾਰ ਦਾ ਵਕੀਲ ਕਹਿੰਦਾ ਵੀ ਭਾਈ ਤੇਰਾ ਤੇ ਕੰਮ ਹੋ ਗਿਆ ਰਾਤ ਦਾ। ਕਹਿੰਦਾ ਕੀ?
ਕਹਿੰਦਾ ਜਿਹੜਾ ਬਾਣੀਆ ਸੀ ਦੁਕਾਨਦਾਰ, ਉਹ ਪੱਗ ਤੇ ਪੈਸੇ ਜੱਜ ਨੂੰ ਦੇ ਆਇਆ। ਉਹ ਕਹਿੰਦਾ ਵੀ ਮੇਰੇ ਕੋਲ ਤਾਂ ਹੈ ਨਹੀਂ ਕੁਝ ਵੀ। ਕਹਿੰਦਾ ਹੈ ਨਹੀਂ, ਨਹੀਂ ਇਹ ਮੈਨੂੰ ਨਹੀਂ ਪਤਾ, ਪਰ ਜੇ ਕੁਝ ਕਰ ਸਕਦਾ ਤੇ ਕਰ ਲੈ। ਉਹਨੂੰ ਕੁਝ ਹੋਰ ਸੁਝਿਆ ਨਹੀਂ। ਉਹਨੇ ਕੀ ਕੀਤਾ, ਉਹਨੇ ਘਰ ਵਿੱਚ ਬਲਦ ਸੀ, ਉਹ ਜਾ ਕੇ ਜੱਜ ਦੇ ਘਰ ਬਲਦੀ ਬੰਨ ਆਇਆ। ਕਹਿੰਦਾ ਜੱਜ ਸਾਹਿਬ ਮੇਰੇ ਗਰੀਬ ਕੋਲ ਤੇ ਇਹੋ ਹੀ ਹੈ, ਪਰ ਫੈਸਲਾ ਮੇਰੇ ਹੱਕ ਵਿੱਚ ਹੋਣਾ ਚਾਹੀਦਾ। ਹੁਣ ਜਦੋਂ ਜੱਜ ਨੇ ਫੈਸਲਾ ਸੁਣਾਉਣਾ ਸੀ, ਜੱਜ ਘੁੰਮਣਾ ਸ਼ੁਰੂ ਹੋ ਗਿਆ। ਇਹ ਵੀ ਗਲਤੀ ਹੈ ਬਾਣੀਏ ਦੀ, ਇਹ ਵੀ ਗਲਤੀ ਹੈ ਦੁਕਾਨਦਾਰ ਦੀ, ਇਹ ਵੀ ਗਲਤੀ ਹੈ ਦੁਕਾਨਦਾਰ ਦੀ। ਤੇ ਹੁਣ ਦੁਕਾਨਦਾਰ ਪਤਾ ਕੀ ਕਹਿੰਦਾ, ਜੱਜ ਸਾਹਿਬ ਮੇਰੀ ਪੱਗ ਦਾ ਧਿਆਨ ਰੱਖਿਓ। ਤੇ ਅੱਗੋਂ ਪਤਾ ਵਕੀਲ ਕੀ ਕਹਿੰਦਾ, ਕਹਿੰਦਾ ਤੇਰੀ ਪੱਗ ਤੇ ਰਾਤ ਦੀ ਢੱਗਾ ਖਾ ਗਿਆ। ਬਲਦ ਨੂੰ ਕੱਪੜੇ ਖਾਣ ਦੀ ਆਦਤ ਹੁੰਦੀ ਹੈ ਨਾ। ਉਹ ਕਹਿੰਦਾ ਜਿਹੜਾ ਜ਼ਿਮੀਂਦਾਰ ਬਲਦ ਦੇ ਗਿਆ ਨਾ, ਉਹ ਤੇਰੀ ਪੱਗ ਖਾ ਗਿਆ ਰਾਤ ਦੀ। ਕਾਜੀ ਦੀ ਗੁਰਬਾਣੀ ਦੇ ਵਿੱਚ ਬਾਰ-ਬਾਰ ਜਦੋਂ ਗੱਲ ਸਤਿਗੁਰਾਂ ਨੇ ਕੀਤੀ ਹੈ, ਉੱਥੇ ਇਹੀ ਲਿਖਿਆ, ਕਾਦੀ ਕੂੜ ਬੋਲ ਮਲ ਖਾਏ। ਕਾਜੀ ਝੂਠ ਬੋਲਦੇ ਨੇ ਤੇ ਗੰਦਗੀ ਖਾਂਦੇ ਨੇ। ਸਤਿਗੁਰਾਂ ਨੇ ਆਖਿਆ, ਕਾਜੀ ਅੱਜ ਤੋਂ ਬਾਅਦ ਰਿਸ਼ਵਤ ਲੈ ਕੇ ਤੂੰ ਝੂਠੀ ਗਵਾਹੀ ਨਹੀਂ ਦੇਣੀ, ਇਹ ਤੇਰੇ ਲਈ ਉਪਦੇਸ਼ ਹੈ। ਹਾਂ, ਸਤ ਸੰਗਤ ਮਿਲ ਸੇਵਾ ਕਰਨੀ, ਮਨ ਮਲੀਨਤ ਸਕਲੀ ਹਰਨੀ। ਸੰਗਤ ਵਿੱਚ ਮਿਲਣਾ, ਸੰਗਤ ਦੀ ਸੇਵਾ ਕਰਨੀ, ਮਨ ਵਾਲੀ ਮਲੀਨਤਾ ਨੂੰ ਦੂਰ ਕਰਨਾ, ਇਹ ਤੁਹਾਡੇ ਸਾਰਿਆਂ ਵਾਸਤੇ ਉਪਦੇਸ਼ ਹੈ ਭਾਈ। ਹਾਂਜੀ, ਸਤਨਾਮ ਸਿਮਰੋ ਦਿਨ ਰਾਤੀ, ਹਿਰਦੇ ਸ਼ਰਧਾ ਧਰ ਭਲ ਭਾਂਤੀ। ਤੁਸੀਂ ਸਤਨਾਮ ਦਾ, ਸੱਚੇ ਨਾਮ ਦਾ ਸਿਮਰਨ ਕਰਨਾ ਹੈ, ਦਿਨ ਰਾਤ ਕਰਨਾ ਹੈ, ਔਰ ਆਪਣੇ ਹਿਰਦੇ ਦੇ ਵਿੱਚ ਰੱਬ ਦੇ ਪ੍ਰਤੀ ਸ਼ਰਧਾ ਰੱਖਣੀ ਹੈ, ਜਿਹਨੂੰ ਅਕੀਦਾ ਕਹਿੰਦੇ ਆ, ਭਰੋਸਾ ਕਹਿੰਦੇ ਆ। ਅੱਜ ਮੈਨੂੰ ਖਿਮਾ ਕਰਨਾ, ਸਾਡੇ 'ਚ ਕੋਈ ਵੀ ਨਹੀਂ ਜਿਹਨੂੰ ਰੱਬ ਤੇ ਭਰੋਸਾ ਹੋਵੇ। ਰੱਬ ਤੇ ਭਰੋਸਾ ਸੀ ਭਗਤਾਂ ਨੂੰ। ਸਾਨੂੰ ਭਰੋਸਾ ਮੜੀਆਂ ਮਸਾਣੀਆਂ ਤੇ, ਧਾਗੇ ਤਵੀਤਾਂ ਤੇ, ਜਿਹੜੇ ਅਸੀਂ ਮੁੰਦਰੀਆਂ ਵਿੱਚ ਨਗ ਪਾਈ ਫਿਰਦੇ ਹਾਂ ਉਹਨਾਂ ਤੇ, ਜਿਹੜੇ ਘਰਾਂ ਵਿੱਚ ਅਸੀਂ ਵਹਿਮ ਭਰਮ ਕਰਦੇ ਹਾਂ, ਸਾਨੂੰ ਉਹਨਾਂ ਤੇ ਭਰੋਸਾ ਹੈ। ਸਾਨੂੰ ਰੱਬ ਤੇ ਭਰੋਸਾ ਨਹੀਂ ਹੈ। ਜੇ ਰੱਬ ਤੇ ਭਰੋਸਾ ਹੋਵੇ ਤਾਂ ਫਿਰ ਤੇ ਗੱਲ ਹੀ ਠੀਕ ਹੈ ਕਿ ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਜੋ ਰੱਬ ਨੇ ਕਰਨਾ ਹੈ, ਰੱਬ ਕਰ ਰਿਹਾ ਹੈ। ਹਾਂਜੀ, ਹਿਤ ਖੁਦਾਇ ਦਸਵੰਦ ਦੇ, ਕੀਜੈ ਧਰਮ ਨਿਆਏ। ਫਿਰ ਸਤਿਗੁਰੂ ਕਹਿਣ ਲੱਗੇ, ਭਾਈ ਦਸਵੰਧ ਕੱਢੋ। ਕਿਹਦੇ ਲਈ ਕੱਢਣਾ ਹੈ? ਅਸੀਂ ਦਸਵੰਧ ਕੱਢਦੇ ਹਾਂ ਕਿਸੇ ਦੇ ਵਿਆਹ ਲਈ, ਕਿਸੇ ਦੇ ਦਵਾਈ ਲਈ ਨਾ। ਤੁਸੀਂ ਦਸਵੰਧ ਕੱਢਣਾ ਖੁਦਾ ਲਈ, ਰੱਬ ਦੇ ਨਾਂ ਤੇ ਦਸਵੰਧ ਕੱਢੋ, ਤੇ ਫਿਰ ਤੁਹਾਨੂੰ ਵੰਡਣ ਲੱਗਿਆਂ, ਦੇਣ ਲੱਗਿਆਂ ਦਿੱਕਤ ਨਹੀਂ ਆਏਗੀ। ਫਿਰ ਦਿਓਗੇ ਵੀ ਤੇ ਰੱਬ ਦੇ ਨਾਂ ਤੇ ਨਾ, ਤੇ ਰੱਬ ਦੇ ਨਾਂ ਤੇ ਦਿਓਗੇ ਤੇ ਫਿਰ ਨਾ ਅਗਲੇ ਦਾ ਧਰਮ ਪੁੱਛੋਗੇ, ਨਾ ਜਾਤ ਪੁੱਛੋਗੇ। ਫਿਰ ਤੇ ਜਿਹੜਾ ਵਿਅਕਤੀ ਤੁਹਾਨੂੰ ਤਕਲੀਫ ਵਿੱਚ ਮਿਲੇਗਾ, ਤੁਸੀਂ ਉਹਨੂੰ ਕਹੋਗੇ ਜੀ ਮੇਰੇ ਕੋਲੇ ਰੱਬ ਦਾ ਦਸਵੰਧ ਹੈ, ਉਹਦੇ 10ਵੇਂ ਹਿੱਸੇ ਦੀ ਮਾਇਆ ਮੇਰੇ ਕੋਲ ਹੈ, ਤੇ ਮੈਂ ਤੁਹਾਨੂੰ ਭੇਟਾ ਕਰ ਦੇਣਾ। ਉਹ ਕਹੇਗਾ ਕਿ ਤੁਹਾਡਾ ਧੰਨਵਾਦ, ਤੇ ਅੱਗੋਂ ਤੁਸੀਂ ਕਹੋਗੇ ਨਹੀਂ, ਇਹ ਖੁਦਾ ਦਾ ਧੰਨਵਾਦ ਹੈ। ਮੈਂ ਪਿਛਲੇ ਦਿਨੀ ਕਈ ਵਾਰੀ ਜ਼ਿਕਰ ਕੀਤਾ ਵੀ ਉਹ ਜਿਹੜਾ ਪ੍ਰੋਗਰਾਮ ਹੈ ਨਾ, ਉਹਦਾ ਨਾਂ ਹੈ ਰਾਹੇ ਇਨਸਾਨੀਅਤ। YouTube ਤੇ ਪਾਓ ਰਾਹੇ ਇਨਸਾਨੀਅਤ, ਘੱਟੋ ਘੱਟ ਤੁਸੀਂ ਇੱਕ ਐਪੀਸੋਡ ਵੇਖ ਲਓ। ਕਮਾਲ ਦੀ ਮਤਲਬ ਉਹਨਾਂ ਦੀ ਬੰਦਿਆਂ ਦੀ ਸੇਵਾ ਹੈ। ਉਹ ਕਿਸੇ ਮੰਗਤੇ ਨੂੰ ਨਹੀਂ ਫੜਦੇ।
ਅਸੀਂ ਚੰਗੇ ਭਲੇ ਕੰਮ ਕਰਦੇ ਬੰਦੇ ਨੂੰ ਕਹਿੰਦੇ ਨਹੀਂ ਜੀ ਹੁਣ ਤੁਸੀਂ ਕੰਮ ਨਹੀਂ ਕਰਨਾ ਜੀ, ਅਸੀਂ ਤੁਹਾਨੂੰ ਆਟਾ ਦਾਲ ਦੇ ਦੇਵਾਂਗੇ। ਨਾ, ਕਿਸੇ ਨੂੰ ਭਿਖਾਰੀ ਨਾ ਬਣਾਓ। ਉਹ ਕੀ ਕਰਦੇ ਨੇ? ਉਹ ਲੱਭਦੇ ਨੇ ਹੋਵੇ ਕਿਰਤੀ, ਹੋਵੇ ਲੋੜਵੰਦ, ਫਿਰ ਉਹਦੀ ਜਾ ਕੇ ਮਦਦ ਕਰਦੇ ਨੇ। ਮਦਦ ਕੀ ਕਰਦੇ ਨੇ? ਮਦਦ ਇਹ ਕਰਦੇ ਨੇ ਕਿ ਉਸ ਬੰਦੇ ਨੂੰ ਇੱਦਾਂ ਮਦਦ ਦਿੱਤੀ ਜਾਵੇ ਕਿ ਉਹ ਅੱਗੋਂ ਆਪਣਾ ਕੰਮ ਕਰਕੇ ਰੋਟੀ ਖਾ ਸਕੇ। ਅਸੀਂ ਇੱਦਾਂ ਨਹੀਂ ਕਰਦੇ, ਸਾਡੀ ਗਲਤੀ ਹੈ। ਅਸੀਂ ਦੁਨੀਆ ਨੂੰ ਵਿਹਲੜ ਬਣਾ ਦਿੱਤਾ ਹੈ, ਭਿਖਾਰੀ ਬਣਾ ਦਿੱਤਾ ਹੈ। ਐਸੀ ਦਾਨ ਦੀ ਚਾੜ ਤੇ ਦੁਨੀਆ ਲਾ ਦਿੱਤੀ ਹੈ ਕਿ ਲੋਕ ਵਿਹਲੇ ਹੋ ਕੇ ਬਹਿ ਗਏ ਨੇ। ਇੱਕੋ ਹੀ ਪਾਠ ਪੜ੍ਹੀ ਜਾਂਦੀ ਹੈ ਦੁਨੀਆ ਕਿ ਬਾਬਾ ਟੱਲ ਪੱਕੀਆਂ ਪਕਾਈਆਂ ਘੱਲ। ਵੀ ਬਾਬੇ ਟੱਲ ਦਾ ਪਾਠ ਤੇ ਪੜ੍ਹ ਲਿਆ ਤੇ ਗੁਰੂ ਨਾਨਕ ਦਾ ਪਾਠ ਕੌਣ ਪੜ੍ਹੇਗਾ? ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਤੁਹਾਡੇ ਸਤਿਗੁਰੂ ਦਾ ਧਰਮ ਹੈ ਕਿਰਤ ਕਰਨੀ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਰੱਬ ਦੇ ਨਾਂ ਤੇ ਦਸਵੰਧ ਕੱਢਣਾ ਹੈ। ਹਿਤ ਖੁਦਾਏ ਦਸਵੰਧ ਦੇ ਕੀਜੈ ਧਰਮ ਨਿਆਏ। 10ਵਾਂ ਹਿੱਸਾ ਆਪਣੀ ਆਮਦਨ ਦਾ ਕੱਢੋ, ਹਮੇਸ਼ਾ ਇਨਸਾਫ ਕਰੋ, ਕਿਸੇ ਦੀ ਤਰਫਦਾਰੀ ਨਾ ਕਰੋ, ਬੇਨਿਆਈ ਨਿਆਂ ਕਰੋ। ਹਾਂਜੀ, ਗਤ ਪ੍ਰਾਪਤ ਹੋਵੈ ਤੁਮੈ ਇਸ ਬਿਦ ਕਿਰਤ ਕਮਾਏ। ਫਿਰ ਕੀ ਹੋਏਗਾ? ਤੁਹਾਨੂੰ ਉੱਚੀ ਪਰਮ ਗਤੀ ਪ੍ਰਾਪਤ ਹੋਵੇਗੀ। ਜਦੋਂ ਇਦਾਂ ਤੁਸੀਂ ਆਪਣੇ ਜੀਵਨ ਵਿੱਚ ਕਿਰਤ ਕਰੋਗੇ, ਦਸਵੰਧ ਵੀ ਕੱਢੋਗੇ, ਸਿਮਰਨ ਵੀ ਕਰੋਗੇ, ਰੱਬ ਤੇ ਭਰੋਸਾ ਵੀ ਕਰੋਗੇ। ਹੋਰ ਸਭ ਤੋਂ ਵੱਡੀ ਚੀਜ਼ ਤੇ ਫੇਥ ਹੈ। ਹੁਣ ਆਪਾਂ ਗੁਰਦੁਆਰੇ ਆਉਂਦੇ ਆ ਕਿ ਆਪਾਂ ਨੂੰ ਗੁਰਦੁਆਰੇ ਤੇ ਭਰੋਸਾ ਹੈ? ਨਾ, ਕਿਉਂਕਿ ਅੱਜ ਅਸੀਂ ਗੁਰਦੁਆਰੇ ਆਏ ਆ, ਹੋ ਸਕਦਾ ਕਿਤੇ ਹੋਰ ਮੱਥਾ ਟੇਕ ਕੇ ਆਏ ਹੋਈਏ, ਇਹ ਵੀ ਹੋ ਸਕਦਾ ਇਸ ਤੋਂ ਬਾਅਦ ਫਿਰ ਕਿਤੇ ਹੋਰ ਜਾਣਾ ਹੋਵੇ। ਨਾ, ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਦੂਜੀ ਥਾਂ ਜਾਣ ਦੀ ਕੀ ਲੋੜ ਹੈ? ਲੋੜ ਹੀ ਨਹੀਂ। ਉਹੀ ਰੱਬ ਇੱਥੇ ਹੈ, ਤੁਹਾਨੂੰ ਕਿਤੇ ਭਟਕਣ ਦੀ ਲੋੜ ਨਹੀਂ ਹੈ। ਇਹ ਤਾਂ 20 ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਹਾਂਜੀ, ਅਸ ਉਪਦੇਸ਼ ਦੀਨ ਤਿਨ ਨੀਕਾ ਕਰ ਸੰਤੋਖ ਤਹਾਂ ਸਭ ਹੀ ਕਾ। ਇੰਜ ਸਤਿਗੁਰੂ ਨੇ ਉਪਦੇਸ਼ ਦਿੱਤਾ, ਸਭ ਦੇ ਹਿਰਦੇ ਵਿੱਚ ਸਤਿਗੁਰੂ ਜੀ ਨੇ ਸੰਤੋਖ ਭਰਿਆ। ਬਿਦਾ ਭਏ ਤਿਨ ਤੇ ਬਰਿਆਈ ਗਮਨ ਕੀਨ ਮਾਰਗ ਜਗ ਸਾਈ। ਦਿੱਲੀ ਦਾ ਉਸ ਵਕਤ ਦਾ ਬਾਦਸ਼ਾਹ ਕਾਜੀ ਤੇ ਨਿਜ਼ਾਮੁਦੀਨ ਪੀਰ ਇਹ ਨਹੀਂ ਸੀ ਚਾਹੁੰਦੇ ਗੁਰੂ ਜੀ ਚਲੇ ਜਾਣ। ਬੁਰਿਆਈ ਤੋਂ ਭਾਵੇਂ ਜ਼ਬਰਦਸਤੀ। ਸਤਿਗੁਰਾਂ ਕਿਹਾ ਨਹੀਂ ਭਾਈ, ਸਾਡਾ ਰਹਿ ਕੇ ਨਹੀਂ ਸਰਦਾ, ਅਸੀਂ ਹੋਰ ਅੱਗੇ ਕਾਰਜ ਕਰਨੇ ਨੇ। ਇੱਥੋਂ ਸਤਿਗੁਰੂ ਗੁਰੂ ਨਾਨਕ ਦੇ ਪਿਤਾ ਜੀ ਚੱਲੇ ਨੇ, ਤੇ ਚੱਲੇ ਕਿੱਧਰ ਨੂੰ ਨੇ? ਪੰਜਾਬ ਵਾਲੇ ਪਾਸੇ ਨੂੰ। ਹਾਂਜੀ, ਕੀਨ ਮਨੋਰਥ ਮਨ ਮਰਦਾਨੇ ਮਮ ਮਨ ਤਾਕੇ ਮਹੋਏ ਮਹਾਨੇ। ਕੀ ਹੋਇਆ? ਭਾਈ ਮਰਦਾਨਾ ਜੀ ਦੇ ਮਨ ਵਿੱਚ ਇੱਕ ਫੁਰਨਾ ਆਇਆ। ਫੁਰਨਾ ਕੀ ਹੈ? ਕਿ ਮੇਰੀ ਕੋਈ ਪੂਜਾ ਹੀ ਨਹੀਂ ਕਰਦਾ, ਮੇਰੀ ਵੀ ਪੂਜਾ ਹੋਣੀ ਚਾਹੀਦੀ ਹੈ, ਮੇਰੀ ਵੀ ਮਾਨ ਪ੍ਰਤਿਸ਼ਠਾ ਹੋਣੀ ਚਾਹੀਦੀ ਹੈ। ਮੁਝ ਕੋ ਬੰਦੈ ਸਭ ਨਰ ਨਾਰੀ ਭੇਟਾ ਉੱਤਮ ਧਰੇ ਅਗਾਰੀ। ਮੁਝ ਕੋ ਬੰਦੈ ਸਭ ਨਰ ਨਾਰੀ। ਮੈਨੂੰ ਵੀ ਦੁਨੀਆ ਮੱਥਾ ਟੇਕੇ, ਇਸਤਰੀਆਂ ਵੀ ਟੇਕਣ, ਪੁਰਸ਼ ਵੀ ਟੇਕਣ, ਤੇ ਚੰਗੀ ਤੋਂ ਚੰਗੀ ਕੀਮਤੀ ਭੇਟਾ ਵੀ ਲੋਕ ਮੈਨੂੰ ਮੱਥਾ ਟੇਕਣ। ਪਤਾ ਨਹੀਂ ਭਾਈ ਮਰਦਾਨੇ ਨੂੰ ਕਿਵੇਂ ਸਤਿਗੁਰਾਂ ਨੇ ਘੁਮਾ ਦਿੱਤਾ। ਉਹੀ ਮਰਦਾਨਾ ਜਿਹਨੇ ਸਾਰੀ ਧਰਤੀ ਦਾ ਭਰਮਣ ਕਰ ਲਿਆ, ਦਿੱਲੀੋਂ ਬਾਹਰ ਨਿਕਲਿਆ ਤੇ ਮਨ ਵਿੱਚ ਫੁਰਨਾ ਆ ਗਿਆ, ਮੇਰੀ ਵੀ ਪੂਜਾ ਹੋਣੀ ਚਾਹੀਦੀ ਹੈ,
ਮੈਨੂੰ ਵੀ ਕੀਮਤੀ ਭੇਟਾਂ ਮਿਲਣੀਆਂ ਚਾਹੀਦੀਆਂ ਨੇ। ਹਾਂਜੀ। ਅੰਤਰ ਜਾਮੀ ਔਰ ਕੀ ਜਾਣੀ, ਮੁਸ਼ਕਤ ਮੰਦ ਕਹੀ ਮ੍ਰਿਦ ਬਾਣੀ। ਅੰਤਰਜਾਮੀ ਗੁਰੂ ਨਾਨਕ ਸਾਹਿਬ ਨੇ ਜਾਣ ਲਿਆ ਕਿ ਮਰਦਾਨੇ ਦੇ ਮਨ ਦਾ ਫੁਰਨਾ ਹੈ ਕਿ ਮੇਰੀ ਪੂਜਾ ਹੋਵੇ, ਲੋਕ ਮੈਨੂੰ ਮੱਥਾ ਟੇਕਣ, ਮੈਨੂੰ ਵੀ ਚੰਗੇ ਚੰਗੇ ਚੜਾਵੇ ਚੜਨ। ਤੇ ਸਤਿਗੁਰੂ ਜੀ ਹੱਸਣ ਲੱਗ ਪਏ, ਮੁਸਕਰਾਏ ਨੇ। ਹਾਂਜੀ। ਹਿਰਦੇ ਵਿਚਾਰਤ ਜੋ ਤੁਮ ਆਵੋ, ਅਗਰਜਪੁਰ ਮਨ ਪਾਵਤ ਪਾਵੋ। ਸਤਿਗੁਰੂ ਕਹਿਣ ਲੱਗੇ ਮਰਦਾਨਿਆ, ਇਹ ਫੁਰਨਾ ਤੇਰਾ ਅਗਲੇ ਪਿੰਡ ਹੀ ਪੂਰਾ ਹੋ ਜਾਏ। ਭਾਈ ਮਰਦਾਨਾ ਕਹਿਣ ਲੱਗਾ, ਕਿਹੜਾ ਬਾਬਾ? ਸਤਿਗੁਰੂ ਕਹਿੰਦੇ, ਜਿਹੜਾ ਤੇਰੇ ਮਨ ਵਿੱਚ ਹੈ ਕਿ ਮੇਰੀ ਵੀ ਪੂਜਾ ਹੋਣੀ ਚਾਹੀਦੀ ਹੈ, ਮੈਨੂੰ ਵੀ ਦੁਨੀਆ ਕੀਮਤੀ ਕੀਮਤੀ ਪਦਾਰਥ ਮੱਥਾ ਟੇਕੇ। ਸਤਿਗੁਰੂ ਕਹਿੰਦੇ, ਅਗਲੇ ਨਗਰ ਜਾਏਗਾ ਤੇ ਤੇਰੀ ਇਹ ਕਾਮਨਾ ਪੂਰੀ ਹੋ ਜਾਏਗੀ। ਹਾਂਜੀ। ਇਹ ਸਭ ਕੂਰ ਕਾਜ ਨਹਿ ਸਰਈ, ਮੁਕਤ ਪੰਥ ਤੇ ਵਰਜਣ ਕਰਈ। ਮਰਦਾਨਿਆ, ਇੱਕ ਗੱਲ ਦਾ ਚੇਤਾ ਰੱਖੀ, ਇਹਨਾਂ ਝੂਠੇ ਪਦਾਰਥਾਂ ਦੇ ਨਾਲ ਤੇਰਾ ਸਰਨਾ ਕੋਈ ਨਹੀਂ। ਇਹਨਾਂ ਝੂਠੇ ਪਦਾਰਥਾਂ ਦੇ ਨਾਲ ਤੇਰਾ ਸਰਨਾ ਨਹੀਂ। ਇਹਨਾਂ ਦਿਨਾਂ 'ਚ ਨਾ 2 ਵੀਡੀਓ ਤੁਸੀਂ ਵੇਖੀਆਂ ਹੋਣੀਆਂ ਨੇ। ਇੱਕ ਨੂੰ ਦੱਸਿਆ ਜਾਂਦਾ ਵੀ ਨਿਊਯਾਰਕ ਦੀ ਹੈ ਕਿ ਕੋਈ ਆਦਮੀ ਜਦੋਂ ਮਰਿਆ ਉਹਨੇ ਕਿਹਾ ਮੇਰੀ ਦੌਲਤ ਮਾਰਕੀਟ ਦੇ ਵਿੱਚ ਉਡਾ ਦਿਓ। ਇੱਕ ਕਿਸੇ ਹਸਪੀਟਲ ਦੀ ਹੈ ਕਿ ਉਹ ਮਰੀਜ਼ ਔਰਤ ਪੈਸਿਆਂ ਦਾ ਝੋਲਾ ਭਰ ਕੇ ਹਸਪੀਟਲ ਆਉਂਦੀ ਹੈ ਕਿ ਮੈਨੂੰ ਬਚਾਓ, ਮੈਨੂੰ ਬਚਾਓ। ਉਹ ਕਹਿੰਦੇ ਨਹੀਂ ਬਚਾ ਸਕਦੇ, ਤੇ ਕਹਿੰਦੇ ਉਹ ਔਰਤ ਪੈਸੇ ਖਿਲਾਰ ਦਿੰਦੀ ਹੈ। ਕਹਿੰਦੀ ਫਿਰ ਇਹ ਦੌਲਤ ਮੈਂ ਕੀ ਕਰਨੀ ਹੈ, ਜਿਹੜੀ ਦੌਲਤ ਮੇਰੀ ਜਾਨ ਹੀ ਨਹੀਂ ਬਚਾ ਸਕਦੀ, ਜਿਹੜੀ ਦੌਲਤ ਮੇਰੇ ਮਰਨ ਤੋਂ ਪਹਿਲਾਂ ਮੇਰੇ ਕੰਮ ਹੀ ਨਹੀਂ ਆ ਸਕਦੀ, ਇਹ ਦੌਲਤ ਸੁੱਟ ਦੇਣੀ ਚਾਹੀਦੀ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ, ਇਹ ਸਭ ਕੂਰ ਕਾਜ ਨਹਿ ਸਰਈ। ਇਹ ਝੂਠੀਆਂ ਗੱਲਾਂ ਨੇ। ਮੱਥੇ ਟਿਕਾ ਲੇਗਾ ਤਾਂ ਕੀ ਹੋ ਜਾਏਗਾ, ਤੇਰੇ ਕੋਲੇ ਕੀਮਤੀ ਭੇਟਾਂ ਆ ਜਾਣਗੀਆਂ ਤਾਂ ਕੀ ਹੋਏਗਾ। ਇਹਦੇ ਨਾਲ ਸਵਰਨਾ ਕੁਝ ਨਹੀਂ। ਹਾਂ, ਇੱਕ ਕੰਮ ਹੋਏਗਾ, ਜਿਹੜਾ ਮੁਕਤੀ ਦਾ ਮਾਰਗ ਹੈ ਤੂੰ ਉਹਦੇ ਤੋਂ ਰੁਕ ਜਾਏਗਾ। ਫਿਰ ਕੀ ਹੋਏਗਾ? ਦੁਨੀਆ ਦੀ ਐਸ਼ ਪ੍ਰਸਤੀ ਵਿੱਚ ਗਵਾਚ ਜਾਏਗਾ, ਦੁਨੀਆ ਦੇ ਮੌਜ ਮੇਲਿਆਂ ਦੇ ਵਿੱਚ ਗਵਾਚ ਜਾਏਗਾ ਤੂੰ। ਹਾਂਜੀ। ਚਹਿਤ ਰਹਿ ਜਗ ਮੈਂ ਵਡਿਆਈ, ਅਲਪ ਕਾਲ ਜਿਸ ਬੀਚ ਰਹਾਈ। ਵੇਖ ਮਰਦਾਨਿਆ, ਜਿਹੜੀ ਤੂੰ ਜਗਤ ਵਿੱਚ ਵਡਿਆਈ ਭਾਲਦਾ ਹੈ, ਗੱਲ ਤੇ ਤੇਰੀ ਠੀਕ ਹੈ, ਪਰ ਅਲਪ ਕਾਲ ਜਿਸ ਬੀਚ ਰਹਾਈ। ਪਰ ਕੀ ਤੈਨੂੰ ਪਤਾ ਹੈ ਤੇਰੇ ਕੋਲ ਜ਼ਿੰਦਗੀ ਦਾ ਟਾਈਮ ਕਿੰਨਾ ਬਾਕੀ ਹੈ? ਕੱਲ ਇੱਕ ਸੱਜਣ ਇੱਥੇ ਆਏ, ਉਹਨਾਂ ਨੇ ਕੋਈ ਆਪਣਾ ਚੈੱਕਅਪ ਕਰਾਉਣਾ ਸੀ। ਉਹਨਾਂ ਨੇ ਇੱਕ ਦੁਖਦਾਈ ਗੱਲ ਸਾਂਝੀ ਕੀਤੀ। ਕਹਿੰਦੇ ਅਸੀਂ ਲੜਕੀ ਦਾ ਇੱਥੇ ਵਿਆਹ ਕੀਤਾ ਸੀ, ਪਰ ਲੜਕਾ ਉਹਦੀ ਡੈਥ ਹੋ ਗਈ ਕਰੋਨੇ ਕਰਕੇ। ਫਿਰ ਉਹਨੇ ਇੱਕ ਗੱਲ ਹੋਰ ਦੱਸੀ, ਕਹਿੰਦੇ ਵੈਸੇ ਜਿਹੜੀ ਲੜਕੀ ਹੈ ਸਾਡੀ, ਉਹ ਘਰੇ ਹੀ ਸਾਡੇ ਬੈਠੀ ਹੈ, 4-5 ਮਹੀਨਿਆਂ ਤੋਂ ਲੜਕੀ ਪੇਕੇ ਬੈਠੀ ਹੈ। ਫਿਰ ਅਸੀਂ ਦੋਵੇਂ ਆਪਸ ਵਿੱਚ ਗੱਲਾਂ ਕਰਦੇ ਰਹੇ। ਕਿੰਨੀ ਛੋਟੀ ਜ਼ਿੰਦਗੀ ਸੀ ਉਸ ਬੱਚੇ ਕੋਲੇ, 5 ਮਹੀਨੇ, ਤੇ 5 ਮਹੀਨੇ ਤੋਂ ਘਰ ਵਾਲੀ ਨੂੰ ਪੇਕੇ ਘੱਲਿਆ ਹੋਇਆ ਹੈ, ਡੈਥ ਹੋ ਗਈ। ਹਾਲਾਤ ਇਹ ਨੇ ਕਿ ਸਾਡੇ ਕੋਲੇ ਸਮਾਨ 100 ਸਾਲ ਦਾ ਹੈ, ਤੇ ਗਰੰਟੀ ਅੱਜ ਦੀ ਰਾਤ ਦੀ ਵੀ ਗਰੰਟੀ ਨਹੀਂ ਹੈ ਕਿ ਅੱਜ ਸੌਵਾਂਗੇ ਸਵੇਰੇ ਉੱਠਾਂਗੇ ਕਿ ਨਹੀਂ ਉੱਠਾਂਗੇ। ਤੇ ਪ੍ਰਬੰਧ 100 ਸਾਲ ਦਾ ਹੈ। ਇੱਕ ਆਹ ਬਾਉਂਡ ਮੈਂ ਖਰੀਦਿਆ ਹੈ, ਇੱਕ ਉੱਥੇ ਮੈਂ FD ਕਰਾਈ ਹੈ, ਇੱਕ ਉੱਥੇ ਮੇਰੀ ਬਿਲਡਿੰਗ ਹੈ, ਉੱਥੋਂ ਇੰਨਾ ਰੈਂਟ ਆਉਂਦਾ ਹੈ, ਇਹਨੇ ਮੇਰੀ ਇਨਕਮ ਦੇ ਸੋਰਸ ਨੇ। ਉਹ ਬੰਦਿਆ ਉਮਰ ਵੀ ਤਾਂ ਦੱਸ,
ਇਨਕਮ ਦੇ ਸੋਰਸ ਹੀ ਦੱਸਦਾ ਹੈ ਨਾ। ਅਗਲੀ ਗੱਲ ਦੱਸ ਵੀ ਇਹ ਚੀਜ਼ਾਂ ਵਰਤੇਗਾ ਕਿੰਨਾ ਚਿਰ, ਪਤਾ ਹੀ ਨਹੀਂ। ਸ਼ਾਇਦ ਆਪ ਜੀ ਨੂੰ ਪਤਾ ਹੋਵੇ, ਸੈਂਟਰ ਗਵਰਨਮੈਂਟ ਦੀ ਮਿਨਿਸਟਰੀ ਬਣੀ, ਤੀਜੇ ਚੌਥੇ ਦਿਨ ਇੱਕ ਮੰਤਰੀ ਦੀ ਮੌਤ ਹੋ ਗਈ। ਇੱਥੇ ਇੰਡੀਆ ਗੇਟ ਦੇ ਕੋਲੋਂ ਲੰਘ ਰਿਹਾ ਸੀ, ਉਹਦੀ ਗੱਡੀ ਨੂੰ ਮਗਰਲੀ ਗੱਡੀ ਨੇ ਆ ਕੇ ਹਿੱਟ ਕੀਤਾ। ਉਹ ਚੌਥੇ ਦਿਨ ਮੰਤਰੀ ਤੋਂ ਬਣਨ ਤੋਂ ਬਾਅਦ ਚੌਥੇ ਦਿਨ ਉਹਦੀ ਮੌਤ ਹੋ ਗਈ। ਪੂਰੀ ਜ਼ਿੰਦਗੀ ਲੱਗੀ ਹੋਏਗੀ ਉਹਦੀ ਕਿ ਮੈਂ ਐਮਪੀ ਬਣਾ, ਫਿਰ ਐਮਪੀ ਮੈਂ ਬਣਾ ਤੇ ਸਰਕਾਰ ਵੀ ਸਾਡੀ ਹੋਵੇ ਤਾਂ ਕਿ ਮੈਂ ਮੰਤਰੀ ਬਣਾ। ਮੰਤਰੀ ਵੀ ਬਣ ਗਿਆ, ਚੌਥੇ ਦਿਨ ਮਰ ਗਿਆ। ਮੈਂ ਫਿਰ ਬੇਨਤੀ ਕਰਾਂ, ਪ੍ਰਬੰਧ 100 ਸਾਲ ਦਾ ਹੈ ਤੇ ਗਰੰਟੀ ਇੱਕ ਰਾਤ ਦੀ ਵੀ ਨਹੀਂ, ਇੱਕ ਦਿਨ ਦੀ ਵੀ ਨਹੀਂ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਇਹ ਵਡਿਆਈ ਕੀ ਕਰੇਗਾ? ਚਹਿਤ ਰਹੇ ਜਗ ਮੈਂ ਵਡਿਆਈ, ਅਲਪਕਾਲ ਜਿਸ ਬੀਚ ਰਹਾਈ। ਥੋੜੇ ਜਿਹੇ ਸਮੇਂ ਲਈ ਰਹਿਣ ਵਾਸਤੇ ਤੂੰ ਏਡੀ ਵੱਡੀ ਵਡਿਆਈ ਕਿਉਂ ਲੱਭਦਾ ਫਿਰਦਾ? ਦੇਖੋ, ਜਾਂ ਤੇ ਬੰਦੇ ਨੂੰ ਉਮਰ ਵੀ ਓਡੀ ਵੱਡੀ ਮਿਲ ਜਾਏ ਕਿ ਬੰਦਾ 100 ਸਾਲ ਰਾਜ ਕਰੇ ਜੀ, 50 ਸਾਲ ਰਾਜ ਕਰੇ ਜੀ, ਤੇ ਜੇ ਮੰਤਰੀ ਬਣਨ ਤੋਂ ਬਾਅਦ ਚੌਥੇ ਦਿਨ ਹੀ ਮਰ ਜਾਣਾ ਹੈ ਤੇ ਕੀ ਫਾਇਦਾ ਹੋਇਆ? ਸਤਿਗੁਰੂ ਜੀ ਨੇ ਸਮਝਾਇਆ, ਪਰ ਭਾਈ ਮਰਦਾਨੇ ਦੇ ਮਨ ਵਿੱਚ ਫੁਰਨਾ ਆਇਆ ਵੀ ਲੋਕ ਮੈਨੂੰ ਵੀ ਮੱਥਾ ਟੇਕਣ, ਲੋਕ ਮੈਨੂੰ ਵੀ ਕੀਮਤੀ ਚੜਾਵੇ ਚੜਾਉਣ। ਹਾਂਜੀ, ਜਹ ਜਾਵਨ ਲਹਿਨੋ ਸੁਖ ਭਾਰੀ, ਤਹਿ ਕੀ ਗਤ ਨਹਿ ਕਰੇ ਵਿਚਾਰੀ। ਮਰਦਾਨਿਆਂ, ਜਿੱਥੇ ਪੱਕੇ ਤੌਰ ਤੇ ਜਾਣਾ ਹੈ, ਜਿੱਥੇ ਵੱਡੇ ਸੁੱਖ ਮਿਲਣੇ ਨੇ, ਕਦੇ ਉਹਦਾ ਵੀ ਫਿਕਰ ਕੀਤਾ ਹੀ? ਤੂੰ ਇਹ ਫਿਕਰ ਕਰ ਰਿਹਾ ਹੈ ਜਿੱਥੇ ਰਹਿਣਾ ਥੋੜਾ ਚਿਰ ਹੈ, ਜਿੱਥੇ ਸਦਾ ਰਹਿਣਾ ਜਾ ਕੇ ਉਹਦਾ ਫਿਕਰ ਹੀ ਕੋਈ ਨਹੀਂ ਹੈ। ਸਤਿਗੁਰੂ ਬਾਣੀ ਦੇ ਵਿੱਚ ਬਾਰ-ਬਾਰ ਸਮਝਾਉਂਦੇ ਨੇ, ਇਹਾਂ ਰਹਿਣਾ ਰਾਤ ਮੂੜੇ। ਉਹ ਮੂਰਖਾ, ਇੱਕ ਰਾਤ ਮਿਲੀ ਹੈ ਤੈਨੂੰ ਇੱਥੇ, ਇਸੇ ਕਰਕੇ ਪੂਰੇ ਜੀਵਨ ਨੂੰ ਜੀਵਨ ਰੂਪੀ ਰਾਤ ਕਿਹਾ ਜਾਂਦਾ। ਭਾਵੇਂ ਉਮਰ 50 ਸਾਲ ਹੋਵੇ, 70 ਹੋਵੇ, ਪਰ ਜੀਵਨ ਰੂਪੀ ਰਾਤ ਲਿਖਿਆ ਬਾਣੀ 'ਚ। ਜੀਵਨ ਰੂਪੀ ਰਾਤ ਸੀ, ਸੁੱਤਿਆਂ ਸੁੱਤਿਆਂ ਬੀਤ ਗਈ, ਕੁਝ ਸੌਂ ਕੇ ਬੀਤ ਗਈ, ਕੁਝ ਦਿਨ ਦੇ ਸੁਪਨਿਆਂ 'ਚ ਬੀਤ ਗਈ। ਸੁਪਨੇ ਬਣਾਉਂਦਾ ਰਿਹਾ, ਸੁਪਨਿਆਂ 'ਚ ਜਿਉਂਦਾ ਰਿਹਾ, ਮੈਂ ਇਹ ਕਰਾਂਗਾ, ਮੈਂ ਉਹ ਕਰਾਂਗਾ, ਮੈਂ ਆਹ ਕਰਾਂਗਾ। ਮਾਨਹੀਨ ਰਹਿ ਜਗ ਮਹਿ ਜੋਈ, ਚਾਹੇ ਮਾਨ ਪਰ ਲੋਕੈ ਸੋਈ। ਮਾਨਹੀਨ ਰਹਿ ਜਗ ਮੈਂ ਜੋਈ, ਮਾਨ ਤੋਂ ਹੀਣਾ ਜਿਹੜਾ ਜਗਤ ਵਿੱਚ ਰਹੇਗਾ, ਚਾਹੇ ਮਾਨ ਪਰ ਲੋਕੈ ਸੋਈ, ਉਹਨੂੰ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ, ਸਨਮਾਨ ਮਿਲਦਾ ਹੈ, ਉੱਚੇ ਮਾਨ ਮਰਤਬੇ ਮਿਲਦੇ ਨੇ। ਹਾਂਜੀ, ਸੁਣ ਕੈ ਸੁਖ ਚ ਕਹਿਓ ਮਰਦਾਨੇ, ਹਵੈ ਕਰਨਾ ਤੁਮ ਤਬ ਅਸ ਜਾਣੇ। ਸੁਣ ਕੇ ਸੁਖ ਚ ਕਹਿਓ ਮਰਦਾਨੇ। ਮਰਦਾਨਾ ਡਰ ਗਿਆ ਕਿ ਮੈਂ ਤੇ ਸੋਚਿਆ ਹੀ ਸੀ ਤੇ ਬਾਬੇ ਨੇ ਤੇ ਬੁੱਝ ਵੀ ਲਿਆ। ਹੈ ਕਰੁਣਾ ਤੁਮ ਤਬ ਅਸ ਜਾਣੇ। ਕਹਿਣ ਲੱਗਾ, ਜੀ ਸਭ ਤੁਹਾਡੀ ਕਿਰਪਾ ਹੈ ਤੇ ਤੁਸੀਂ ਜਾਣਦੇ ਹੋ। ਹੁਣ ਭਲੇ ਬੁਰੇ ਦੀ ਪੀੜਾ ਨੂੰ ਪਛਾਣਨਾ ਇਹ ਪਰਮੇਸ਼ਰ ਦੇ ਰੂਪ, ਇਹ ਗੁਰੂ ਨਾਨਕ ਦੀ ਸ਼ਕਤੀ ਹੈ, ਇਹ ਗੁਰੂ ਨਾਨਕ ਦੇ ਵਸ ਵਿੱਚ ਹੈ। ਹਾਂਜੀ, ਕਰਤ ਬਾਤ ਤਹਿ ਪੁਰ ਨਹਿ ਰਾਇਆ, ਪ੍ਰਭ ਬੈਠੇ ਪਿਖ ਇਕ ਤਰ ਛਾਇਆ। ਕਰਤ ਬਾਤ ਤੈ ਪੁਰ ਨਿਰਿਆਇਆ। ਗੱਲਾਂ ਕਰਦੇ ਕਰਦੇ ਤੁਰੇ ਜਾਂਦੇ, ਬਾਤਾਂ ਕਰਦੇ ਕਰਦੇ ਅੱਗੋਂ ਪਿੰਡ ਆ ਗਿਆ, ਨਗਰ ਆ ਗਿਆ, ਤੇ ਸਤਿਗੁਰੂ ਇੱਕ ਬ੍ਰਿਕਸ਼ ਦੇ ਥੱਲੇ ਸਮਾਧੀ ਲਾ ਕੇ ਬਹਿ ਗਏ। ਹਾਂਜੀ, ਦਈਨ ਦੇਸ਼ ਜਾਹੂ ਮਰਦਾਨੇ, ਨਗਰ ਬਲੋਕੋ ਹੈ ਮਨ ਭਾਨੇ। ਸਤਿਗੁਰੂ ਕਹਿਣ ਲੱਗੇ, ਮਰਦਾਨਾ ਜਾਓ ਭਾਈ, ਆ ਨਗਰ ਹੈ ਤੇ ਜਾਓ, ਜਾ ਕੇ ਆਪਣੀ ਪੂਜਾ ਮਾਨਤਾ ਕਰਾਓ, ਜਾਓ ਨਗਰੀ ਵਿੱਚ ਜਾਓ। ਹਾਂਜੀ, ਜਾਏ ਨ ਬਹੁਰ ਪਠਿਓ ਬਰਿਆਈ,
ਸ਼੍ਰੀ ਪ੍ਰਭ ਤੇ ਬਹੁਤ ਸਕਚਾਈ। ਮਰਦਾਨੇ ਨੂੰ ਸਮਝ ਆ ਗਈ। ਹੁਣ ਭਾਈ ਮਰਦਾਨਾ ਜਾਂਦਾ ਨਹੀਂ, ਸਤਿਗੁਰੂ ਕਹਿੰਦੇ ਨੇ ਜਾਓ। ਅਖੀਰ ਸਤਿਗੁਰੂ ਜੀ ਨੇ ਫਿਰ ਉਹਨੂੰ ਜ਼ਬਰਦਸਤੀ ਘੱਲਿਆ, ਆਖਿਆ ਮਰਦਾਨਿਆ ਤੈਨੂੰ ਜਾਣਾ ਪਵੇਗਾ, ਫੁਰਨਾ ਤੇਰੇ ਮਨ ਦਾ ਸਾਡੇ ਮਨ ਦਾ ਤੇ ਹੈ ਨਹੀਂ, ਪਰ ਭਾਈ ਤੂੰ ਇਹ ਵੀ ਵੇਖ ਲੈ, ਪੂਜਾ ਕਰਾ ਕੇ ਵੀ ਵੇਖ ਲੈ, ਆਪਣੀ ਮੱਥੇ ਟਿਕਾ ਕੇ ਵੀ ਵੇਖ ਲੈ। ਹਾਂਜੀ। ਪੁਰ ਕੇ ਦਰ ਮੈਂ ਪ੍ਰਵਿਸਿਓ ਜਬ ਹੀ, ਮਾਨਵ ਦਰਸ਼ ਕਰੇ ਤਹਿ ਤਬ ਹੀ। ਜਿਵੇਂ ਹੀ ਭਾਈ ਮਰਦਾਨਾ ਉਸ ਨਗਰੀ ਦੇ ਵਿੱਚ ਪ੍ਰਵੇਸ਼ ਕੀਤਾ, ਭਾਈ ਮਰਦਾਨੇ ਨੇ ਲੋਕ ਵੇਖੇ, ਲੋਕਾਂ ਨੇ ਭਾਈ ਮਰਦਾਨਾ ਵੇਖਿਆ। ਹਾਂਜੀ। ਆਨ ਉਪਾਇਣ ਤਰਹਿ ਅਗਾਰੀ, ਬੂਝਣ ਹੇਤ ਨ ਗਿਰਾ ਉਚਾਰੀ। ਹੁਣ ਜਿਹੜੇ ਲੋਕ ਨੇ ਬੂਝਣ ਹੇਤ ਨਾ ਗਿਰਾ ਉਚਾਰੀ, ਕਿਸੇ ਪਿੰਡ ਦੇ ਬੰਦੇ ਨੇ ਨਹੀਂ ਪੁੱਛਿਆ ਵੀ ਸੰਤ ਜੀ ਕੌਣ ਹੋ, ਕਿੱਥੋਂ ਆਏ ਹੋ, ਨਾ। ਐਸੀ ਗੁਰੂ ਦੀ ਕਲਾ ਵਰਤੀ ਹੈ, ਜਿਹੜਾ ਆਉਂਦਾ ਹੈ ਉਹੀ ਮੱਥਾ ਟੇਕਦਾ ਹੈ, ਜਿਹੜਾ ਆਉਂਦਾ ਹੈ ਉਹੀ ਭੇਟਾ ਰੱਖ ਜਾਂਦਾ ਹੈ। ਪੁੱਛਿਆ ਹੀ ਨਹੀਂ ਕਿਸੇ ਨੇ, ਬੁਲਾਇਆ ਹੀ ਨਹੀਂ, ਨਾ ਭਾਈ ਮਰਦਾਨਾ ਬੋਲਿਆ ਨਾ ਪਿੰਡ ਵਾਲੇ ਬੋਲੇ। ਭਾਈ ਮਰਦਾਨਾ ਨਗਰੀ ਦੇ ਅੰਦਰ ਗਿਆ, ਜਿਵੇਂ ਲੋਕਾਂ ਨੇ ਵੇਖਿਆ ਲੋਕ ਮੱਥਾ ਟੇਕਣ ਲੱਗ ਪਏ, ਲੋਕ ਕੀਮਤੀ ਭੇਟਾਵਾਂ ਚੜਾਵੇ ਉਹ ਰੱਖਣੇ ਸ਼ੁਰੂ ਕਰ ਦਿੱਤੇ। ਹਾਂਜੀ। ਭਿਖਤ ਪਰਸ ਪਰ ਘਰ ਨਿਜ ਜਾਹੀ, ਨਾਨਾ ਬਿਨ ਜਨ ਆਨੈ ਪਾਹੀ। ਭਿਖਤ ਪਰਸਪਰ ਘਰ ਨਿਜ ਜਾਹੀ, ਲੋਕ ਆਉਂਦੇ ਨੇ, ਦਰਸ਼ਨ ਕਰਦੇ ਨੇ, ਮੱਥਾ ਟੇਕਦੇ ਨੇ, ਘਰ ਚਲੇ ਜਾਂਦੇ ਨੇ, ਆਪਸ ਵਿੱਚ ਗੱਲਾਂ ਕਰਦੇ ਨੇ। ਭਾਈ ਮਰਦਾਨੇ ਨਾਲ ਕੋਈ ਨਹੀਂ ਬੋਲਿਆ। ਹਾਂਜੀ। ਰੁਚਿਰ ਸਥਲ ਬੈਠਿਓ ਮਰਦਾਨਾ, ਹੋਵਣ ਪੂਜਾ ਲੱਗੀ ਮਹਾਨਾ। ਬੜੀ ਰੁਚਿਰ ਜਗ੍ਹਾ ਸੀ ਜਿੱਥੇ ਭਾਈ ਮਰਦਾਨਾ ਜੀ ਬੈਠੇ ਸਨ। ਬੜੀ ਪੂਜਾ ਹੋਈ, ਢੇਰ ਲੱਗੇ ਪਦਾਰਥਾਂ ਦੇ। ਹਾਂਜੀ। ਬਹੁ ਰੰਗਣ ਕੇ ਬਸਤਰ ਅੰਬੋਲੇ, ਆਨ ਸਮਰਪੈ ਕਛ ਨਹਿ ਬੋਲੇ। ਮਹਿੰਗੇ ਮਹਿੰਗੇ ਕੱਪੜੇ, ਰੰਗ ਬਰੰਗੇ ਕੱਪੜੇ, ਲੋਕ ਆਉਂਦੇ ਨੇ, ਆ ਕੇ ਕੀਮਤੀ ਬਸਤਰ ਮੱਥਾ ਟੇਕਦੇ ਨੇ, ਪਰ ਬੋਲਦਾ ਕੋਈ ਨਹੀਂ ਹੈ। ਪੁੱਛਿਆ ਕਿਸੇ ਨੇ ਵੀ ਨਹੀਂ ਵੀ ਪੀਰ ਜੀ ਕਿੱਥੋਂ ਆਏ ਹੋ। ਹਾਂਜੀ। ਕੇਤਕ ਦਰਬ ਚੜਾਵਹਿ ਆਨੀ, ਹੋਏ ਰਹੇ ਸੇਵਕ ਮਨ ਬਾਨੀ। ਹੁਣ ਕੀ ਹੋਇਆ, ਸਾਰੇ ਲੋਕ, ਕੋਈ ਪੈਸੇ ਮੱਥਾ ਟੇਕਦਾ ਹੈ, ਕੋਈ ਕੱਪੜੇ ਮੱਥਾ ਟੇਕਦਾ ਹੈ। ਹੋਏ ਰਹੇ ਸੇਵਕ ਮਨ ਬਾਨੀ, ਇਵੇਂ ਲੱਗਦਾ ਵੀ ਕੋਈ ਬੜੇ ਪੁਰਾਣੇ ਸ਼ਰਧਾਲੂ ਹੋਣ, ਕੋਈ ਮੁੱਢ ਕਦੀਮੀ ਸੇਵਕ ਹੋਣ, ਤੇ ਉਹਨਾਂ ਨੂੰ ਆਪਣਾ ਕੋਈ ਗੁਰੂ ਪੀਰ ਮਿਲ ਗਿਆ ਹੋਵੇ, ਤੇ ਲੋਕਾਂ ਦੇ ਮਨ ਵਿੱਚ ਬੜੀ ਹੋਵੇ ਉਤਸੁਕਤਾ। ਇਦਾਂ ਦਾ ਆਲਮ, ਇਦਾਂ ਦਾ ਵਾਤਾਵਰਨ ਬਣਿਆ ਹੈ। ਹਾਂਜੀ। ਹਿੰਦੂ ਤੁਰਕ ਜੇ ਦੇਖੈ ਆਈ, ਮਹਾਪੁਰਖ ਲੱਖ ਪਰ ਹੈ ਪਾਈ। ਔਰ ਮੱਥਾ ਟੇਕਣ ਵਾਲਿਆਂ ਵਿੱਚ ਹਿੰਦੂ ਵੀ ਨੇ, ਮੱਥਾ ਟੇਕਣ ਵਾਲਿਆਂ ਵਿੱਚ ਮੁਸਲਮਾਨ ਵੀ ਨੇ। ਖਾਲੀ ਹੱਥ ਮੱਥਾ ਕੋਈ ਨਹੀਂ ਟੇਕਦਾ। ਕੋਈ ਮਾਇਆ, ਕੋਈ ਬਸਤਰ, ਕੋਈ ਪਦਾਰਥ, ਕੋਈ ਨਾ ਕੋਈ ਚੀਜ਼ ਲਿਆ ਕੇ ਲੋਕ ਨਮਸਕਾਰ ਕਰਦੇ ਨੇ। ਸੁਨੈ ਅਪਰ ਤੇ ਅਪਰ ਜੇ ਮਾਨਵ, ਦੌਰੈ ਦੌਰ ਉਪਾਇਣ ਆਨਵ। ਇੱਕ ਤੋਂ ਦੂਜਾ, ਦੂਜੇ ਤੋਂ ਤੀਜਾ, ਤੀਜੇ ਤੋਂ ਚੌਥਾ, ਚੌਥੇ ਤੋਂ ਪੰਜਵਾਂ ਸੁਣਦਾ ਹੈ। ਉਹ ਕਹਿੰਦਾ ਮੈਂ ਕਿਉਂ ਰਹਿ ਜਾਵਾਂ। ਜੇ ਏਡੇ ਹੀ ਕੋਈ ਮਹਾਂਪੁਰਖ ਦਰਵੇਸ਼, ਕੋਈ ਪੀਰ ਫਕੀਰ ਆਏ ਨੇ, ਤੇ ਫਿਰ ਭਾਈ ਸਾਡਾ ਵੀ ਮੱਥਾ ਟੇਕਣਾ ਬਣਦਾ, ਅਸੀਂ ਵੀ ਆਪਣੀ ਹਾਜ਼ਰੀ ਲਵਾਈਏ, ਅਸੀਂ ਵੀ ਭੇਟਾ ਮੱਥਾ ਟੇਕੀਏ, ਸਾਡੀ ਵੀ ਮਾਇਆ ਸਫਲੀ ਹੋਵੇ। ਹਾਂਜੀ। ਕਹੈ ਕਿ ਸੰਤ ਬੜੋ ਹੈ ਕੋਈ, ਇਸ ਦਰਸ਼ਨ ਤੇ ਹਮ ਗਤ ਹੋਈ। ਇੱਕ ਦੂਜੇ ਨੂੰ ਕਹਿੰਦੇ ਨੇ ਵੱਡਾ ਸੰਤ ਹੈ ਜੀ, ਸਾਡੀ ਤਾਂ ਬਸ ਸਮਝ ਲਓ ਜੀ ਮੁਕਤੀ ਹੋ ਗਈ ਜੀ। ਇਹ ਨਾ ਗੱਪਾਂ ਲੋਕ ਬੜੀਆਂ ਮਾਰਦੇ ਜੇ। ਉਹ ਜਿਵੇਂ ਜਿਹੜੇ ਲੋਕ ਜਾਂਦੇ ਸੀ ਨਾ ਰਾਮ ਰਹੀਮ ਕੋਲੇ, ਪਿਤਾ ਜੀ ਸ਼ਰਧਾ, ਫਿਲਮਾਂ ਬਣ ਗਈਆਂ, 5,000 ਬੰਦਾ ਡੀਸੀ ਦੇ ਦਫ਼ਤਰ ਅੱਗੇ ਬਹਿ ਜਾਂਦਾ ਸੀ ਸਰਸੇ,
कि साडे बाबा जी नूं हथ ला के विखाओ। तो जदों बाबा जी का निकलिया सच, तो हुण वो आप सोचते ने भी ये बनिया की है, होया की साडे नाल। साडे च ये एक दोष जरूर है, एक गुण है कि असीं विश्वास करते हैं, पर एक अवगुण है कि असीं अखां खोल के नहीं करते। हालांकि भाई मरदाना जी तो बहुत अच्छे सन, गुरु दे घर दे रबाबी सन, गुरु नानक साहब दे बख्शे हुए सन। पर यह गल मैं तां सांझी कीती भी आम हालातां विच भी साडे हाल ये है। इस कथा विच आउंदा है भी मुसलमान भी आए, हिंदू भी आए, मत्थे भी टेके, पटावां भी रखियां, पुछया पछाया कुछ नहीं किसी ने, बोलिया बुलाया कोई भी नहीं, आपस विच गल्लां करी जांदे ने लोग। ते गल्लां की करदे ने? गल्लां ये करदे ने, कहें कि संत बड़ो है कोई, इस दर्शन ते हम गत होई। कहते कोई बड़ा ही संत है साडा, तो कोई कहता जी मुक्ति हो गई, कोई कहता जी कल्याण हो गया, कोई कहता जी भला हो गया, कोई कहता साडा परलोक सवर गया। हाँ, जो इस पास चढ़ाए पदार्थ, सो हम जानै होए सकारथ। जेड़ा भी व्यक्ति भाई ਇਹਦੇ ਚਰਨਾਂ ਤੇ ਮੱਥਾ ਟੇਕੇਗਾ, ਭੇਟਾ ਰੱਖੇਗਾ, ਉਹਦੀ ਕਿਰਤ ਸਫਲੀ, ਉਹਦੀ ਮਾਇਆ ਸਫਲੀ ਹੋਵੇਗੀ। ਹਾਂਜੀ, लागे हो अंबर केर अंबारू, मर्दाने पाहरख अपारू। ਇੱਕ ਪਿੰਡ ਵਿੱਚੋਂ ਢੇਰ ਲੱਗ ਗਿਆ ਪਦਾਰਥਾਂ ਦਾ, ਮਾਇਆ ਦਾ ਤੇ ਬਸਤਰਾਂ ਦਾ। भाई मरदाना जी बड़े खुश भी इन्नी पूजा मानता। हाँ जी, बीत गए जब ही जुग जामा, उठे तबे पा पूरन कामा। 2 पैर 6 घंटे लोग मत्था टेकते रहे, 6 घंटे। अखीर भाई मरदाना जी उठ खलोते, बड़े खुश। हुण मन विच की है कि सारियां चीज़ां चुकांगा, नाल लैके जावांगा ते गुरु नानक साहब जी नूं दसांगा भी आ वेखो जी मेरी किन्नी पूजा मानता हुई है। हाँ, मानव के उचवायो सीसा, आयो जह बैठे जगदीशा। कुछ बंदे फड़े, उन्हां नूं समान चुकाया ते उत्थे आगे भाई मरदाना जी उस वृक्ष थले जिथे गुरु नानक साहब महाराज बैठे सन। हाँ जी, कहन लग्यो कर हरख कनेरो, दास पयो सगरो पुर मेरो। आके कहन लगा भाई मरदाना बड़ा खुश, बाबा ये तो पूरा नगर बस हुण मेरा मुरीद हो गया, इस नगरी दे लोग ये तो सारे मेरे ही चेले बन गए, बस ये तो हुण मैनू ही रब मनते ने। आ वेखो मैं किन्नी भेटा लैके आया, किन्ने पदार्थ लैके आया, किन्ने वस्त्र लोगों ने मैनू भेटा कीते ने। हाँ जी, सब ही पूजा कीन महाना, बंदह पद भेटह तर आना। सब बंदियां ने मेरी पूजा की है, सब बंदियां ने मैनू मत्था टेकिया, सब बंदियां ने मेरे अगे ये भेटावां रखियां ने। किन्हो न बूझन कीनो मोही, कह परस पर संत सोही। कहन लगा महाराज इन्ना तुहाडा प्रताप वरतिया कि मैनू तो किसी ने पूछा ही नहीं भी पीर जी हिंदू हो, मुसलमान हो, दरवेश जी, फकीर जी, इस देश तो आए हो, दूसरे देश तो आए हो, कौन हो तुसी? कहते किसी ने पूछा ही नहीं, बस पूजा मानता ही कीती है, पदार्थ ही भेटा कीते ने, आपस में गल्लां करदे सी भी कोई वड्डा ही संत है। हाँ, अस कह भेट हुती जो सारी, सो धर दीने गुरु अगारी। सारियां चीज़ां लिया के गुरु नानक साहब महाराज दे सामने रख दित्तियां।
ਕਹਿਣ ਦੀ ਕੋਸ਼ਿਸ਼ ਤੇ ਇਹ ਸੀ ਵੀ ਬਾਬਾ ਜਿਵੇਂ ਨਹੀਂ ਹੁੰਦਾ ਵੀ ਕਿਸੇ ਦਾ ਪੁੱਤਰ ਜਾਵੇ ਕਮਾਈ ਕਰਕੇ ਲਿਆਵੇ ਤੋ ਮਾਂ ਪਿਓ ਦੇ ਅੱਗੇ ਲਾ ਕੇ ਢੇਰੀ ਲਾ ਦਿੰਦਾ ਵੀ ਆਹ ਵੇਖੋ ਜੀ ਮੇਰੀ ਕਮਾਈ ਹੈ ਜੀ। ਭਾਈ ਮਰਦਾਨੇ ਨੇ ਖੁਸ਼ੀ ਨਾਲ ਸਾਰੀਆਂ ਚੀਜ਼ਾਂ ਲਿਆ ਕੇ ਬਾਬੇ ਦੇ ਅੱਗੇ ਰੱਖ ਦਿੱਤੀਆਂ। ਭਾਈ ਮਰਦਾਨੇ ਨੂੰ ਤਾਂ ਇਹ ਗੱਲ ਦਾ ਪਤਾ ਸੀ ਕਿ ਇਹ ਬਰਕਤ ਗੁਰੂ ਨਾਨਕ ਦੀ ਹੈ, ਇਹ ਵਡਿਆਈ ਗੁਰੂ ਨਾਨਕ ਦੀ ਹੈ, ਇਹ ਪੂਜਾ ਅਰਚਾ ਗੁਰੂ ਨਾਨਕ ਕਰਕੇ ਹੈ। ਹਾਂਜੀ। ਬਿਗਸਤ ਮੁਖ ਤੇ ਬਚਨ ਬਖਾਨੇ, ਕੋ ਵਥ ਆਨੀ ਮਰਦਾਨੇ। ਸਤਿਗੁਰੂ ਹੱਸਦੇ ਹੱਸਦੇ ਪੁੱਛਦੇ ਮਰਦਾਨਿਆ ਬਈ ਬੜਾ ਸਮਾਨ ਲਿਆਂਦਾ ਹੀ, ਲਿਆਂਦਾ ਕੀ ਕੀ ਹੈ? ਇਹਦੇ ਵਿੱਚ ਗਹਿਣੇ ਵੀ ਨੇ, ਪੈਸੇ ਵੀ ਨੇ, ਖਾਣ ਵਾਲੇ ਪਦਾਰਥ ਵੀ ਨੇ, ਬਸਤਰ ਵੀ ਨੇ, ਕੀ ਕੀ ਲੈ ਕੇ ਆਏ ਹੈ? ਸਤਿਗੁਰੂ ਭਾਈ ਮਰਦਾਨੇ ਤੋਂ ਹੀ ਪੁੱਛਦੇ ਨੇ ਵੀ ਇਹ ਗੰਢਾਂ ਬੱਧੀਆਂ ਹੋਈਆਂ ਨੇ ਤੇ ਇਹਨਾਂ ਦੇ ਵਿੱਚ ਕਿਹੜਾ ਕਿਹੜਾ ਸਮਾਨ ਹੈ ਭਾਈ? ਹਾਂਜੀ। ਹਿਰਦੇ ਤੇਰੋ ਹਰਖ ਵਸੇਖਾ, ਬਦਨ ਪ੍ਰਫੁੱਲਤ ਅਤਿਸ਼ੈ ਦੇਖਾ। ਸਤਿਗੁਰੂ ਕਹਿੰਦੇ ਵੀ ਮੈਂ ਕਦੇ ਕਦੇ ਤੈਨੂੰ ਇੰਨਾ ਖੁਸ਼ ਵੇਖਿਆ, ਤੈਨੂੰ ਤੇ ਐਂ ਲੱਗਦਾ ਜਿਵੇਂ ਅੱਜ ਮੈਨੂੰ ਬੜੀ ਪ੍ਰਾਪਤੀ ਹੋ ਗਈ ਹੈ, ਬਹੁਤ ਵੱਡਾ ਕੋਈ ਜੀਵਨ ਵਿੱਚ ਕਾਰਜ ਹੋ ਗਿਆ, ਇੰਨੀ ਖੁਸ਼ੀ ਤੇਰੇ ਚਿਹਰੇ ਤੇ ਬਈ। ਮਰਦਾਨਿਆ ਇੰਨਾ ਖੜਾਓ ਲੈ ਕੇ ਆਏ ਹੈ ਤੂੰ ਆਪਣੇ ਚਿਹਰੇ ਦੇ ਉੱਤੇ। ਹਾਂਜੀ। ਕਰ ਜੋਰੇ ਕਹਿ ਸੁਣ ਪ੍ਰਭ ਮੋਰੇ, ਗਮਨਿਓ ਨਗਰ ਅਨੁਗ੍ਰਹੋਂ ਤੋਰੇ। ਅੱਗੋਂ ਭਾਈ ਮਰਦਾਨਾ ਕਹਿਣ ਲੱਗਾ ਬਾਬਾ ਇਹ ਤੁਹਾਡੀ ਕਿਰਪਾ ਨਾਲ ਹੋਇਆ ਹੈ, ਤੁਹਾਡੇ ਅਨੁਗ੍ਰਹ ਤੋਂ, ਤੁਹਾਡੀ ਕਿਰਪਾ ਤੋਂ, ਤੁਹਾਡੀ ਮਿਹਰ ਤੋਂ। ਕਰ ਜੋਰੇ ਕਹਿ ਸੁਣ ਪ੍ਰਭ ਮੋਰੇ, ਮੇਰਿਆ ਰੱਬਾ ਮੇਰੀ ਗੱਲ ਤੇ ਸੁਣ। ਹੇ ਮੇਰੇ ਪਰਮਾਤਮਾ ਇਹ ਜੋ ਕੁਝ ਵੀ ਹੈ ਇਹ ਤੁਹਾਡੇ ਕਰਕੇ ਹੈ, ਮੇਰੇ ਕਰਕੇ ਨਹੀਂ ਹੈ। ਮਰਦਾਨੇ ਨੂੰ ਕਿਹਨੇ ਪੁੱਛਣਾ ਸੀ? ਤੁਹਾਡੀ ਕਿਰਪਾ ਹੋਈ ਹੈ, ਤੁਹਾਡੀ ਮਿਹਰ ਹੋਈ ਹੈ। ਹਾਂਜੀ। ਜਿਉ ਰਾਹਵਰ ਨੈ ਬਚਨ ਬਖਾਨਾ, ਤਿਉ ਪੂਰਨ ਪਾਹਰਖ ਮਹਾਨਾ। ਆਖਿਆ ਮਹਾਰਾਜ ਜਿਵੇਂ ਤੁਸੀਂ ਬਚਨ ਕੀਤਾ ਸੀ ਉਹ ਬਚਨ ਪੂਰਾ ਹੋ ਗਿਆ, ਤੁਹਾਡੇ ਕੀਤੇ ਬਚਨ ਪੂਰੇ ਹੋਏ ਨੇ। ਹਾਂਜੀ। ਸੁੰਦਰ ਬਹੁ ਅੰਬਰ ਮੈਂ ਲਿਆਇਓ, ਧਨ ਆਨਿਓ ਨਰ ਜਿਤੋ ਚੜਾਇਓ। ਸੁੰਦਰ ਬਹੁ ਅੰਬਰ ਮੈਂ ਲਿਆਇਓ, ਕਹਿਣ ਲੱਗਾ ਬਾਬਾ ਬੜੇ ਬੜੇ ਵਧੀਆ ਮੈਂ ਕੱਪੜੇ ਲੈ ਕੇ ਆਇਆ, ਧਨ ਬਹੁਤ ਲੈ ਕੇ ਆਇਆ, ਬੜੀ ਮਾਇਆ ਲੋਕਾਂ ਨੇ ਮੈਨੂੰ ਮੱਥਾ ਟੇਕੀ ਹੈ। ਹਾਂਜੀ। ਹੇਤ ਦਿਖਾਵਨ ਗਠੜੀ ਖੋਲੀ, ਦੇਖੈ ਪ੍ਰਭੂ ਵਸਤ ਬਹੁ ਮੋਲੀ। ਸਤਿਗੁਰੂ ਕਹਿਣ ਲੱਗੇ ਗੰਢਾਂ ਖੋਲ ਬਈ। ਗੰਢਾਂ ਖੋਲੀਆਂ, ਗਠੜੀ ਖੋਲੀ, ਵਾਕਈ ਉਹਦੇ ਚ ਮਹਿੰਗੇ ਕੱਪੜੇ ਸੀ, ਖਾਣ ਵਾਲੇ ਪਦਾਰਥ ਸੀ, ਉਹਦੇ ਚ ਮਾਇਆ ਵੀ ਸੀ ਤੇ ਭੂਖਣ ਗਹਿਣੇ ਵੀ ਸਨ। ਹਾਂਜੀ। ਦਸ਼ਾ ਦੇਖ ਮਰਦਾਨੇ ਕੇਰੀ, ਲੋਭ ਲਹਿਰ ਮੈਂ ਚਾਹ ਕਨੇਰੀ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਇੰਨੀ ਲੋਭ ਲਹਿਰ, ਇੰਨਾ ਲਾਲਚ, ਇੰਨੀ ਪਕੜ, ਸਾਰੀ ਧਰਤੀ ਘੁੰਮ ਲਈ ਤੇ ਕਦੇ ਕੁਝ ਹੋਇਆ ਹੀ ਨਹੀਂ, ਤੇ ਦੋ ਗੰਢਾਂ ਵੇਖੀਆਂ ਸਮਾਨ ਦੀਆਂ ਤੇ ਤੂੰ ਕਮਲਾ ਹੋਇਆ ਫਿਰਦਾ ਹੈ ਬਈ। ਹਾਂਜੀ। ਉੱਚ ਹਾਸ ਬਿਗਸੇ ਜਗ ਸਾਈ, ਕਿਤਕ ਬੇਰ ਪੁਨ ਗਿਰਾ ਅਲਾਈ। ਸਤਿਗੁਰੂ ਜੀ ਫਿਰ ਮੁਸਕਰਾਏ, ਫਿਰ ਚੁੱਪ ਕਰ ਗਏ। ਕੁਝ ਸਮੇਂ ਬਾਅਦ ਫਿਰ ਗੁਰੂ ਨਾਨਕ ਦੇ ਪਿਤਾ ਜੀ ਨੇ ਇਹ ਆਪਣੇ ਮੁਖ ਤੋਂ ਬਚਨ ਉਚਾਰੇ ਨੇ। ਹਾਂਜੀ। ਭਲਾ ਕੀਓ ਆਨਿਓ ਮਰਦਾਨੇ, ਆਵਹਿ ਕਿਤੇ ਨ ਕਾਜ ਇਆਨੇ। ਸਤਿਗੁਰੂ ਕਹਿਣ ਲੱਗੇ ਮਰਦਾਨਿਆਂ ਵੀ ਇਹ ਤੇ ਭਲਾ ਹੈ ਕਿ ਤੂੰ ਸਾਰੀਆਂ ਚੀਜ਼ਾਂ ਸਾਂਭ ਕੇ ਲੈ ਆਂਦੀਆਂ ਨੇ, ਕੋਈ ਗਵਾਈ ਨਹੀਂ, ਪਰ ਤੂੰ ਇਆਣਾ ਹੈ। ਇਆਣੇ ਦਾ ਅਰਥ ਹੁੰਦਾ ਹੈ ਬਾਲਕ। ਇਹ ਚੀਜ਼ਾਂ ਤੇਰੇ ਕੰਮ ਦੀਆਂ ਨਹੀਂ, ਇਹ ਚੀਜ਼ਾਂ ਜਿਹੜੀਆਂ ਨੇ ਤੇਰੇ ਮਤਲਬ ਦੀਆਂ ਨਹੀਂ, ਇਹ ਤੇਰੀ ਵਰਤੋਂ ਵਿੱਚ ਨਹੀਂ ਆਉਣੀਆਂ। ਹਾਂਜੀ। ਮਾਨ ਬਚਨ ਅਬ ਇਸ ਬਿਦ ਕੀਜੈ, ਵਸਤ ਲੁਟਾਏ ਸੰਪੂਰਨ ਦੀਜੈ। ਸਤਿਗੁਰੂ ਕਹਿਣ ਲੱਗੇ ਹਾਂ ਇੱਕ ਕੰਮ ਤੂੰ ਕਰ ਸਕਦਾ ਹੈ। ਕੀ? ਸਤਿਗੁਰੂ ਕਹਿੰਦੇ ਲੁਟਾ ਦੇ।
ਗਰੀਬ ਬੰਦੇ ਲੱਭ, ਖੁਦਾ ਦੇ ਨਾਂ ਤੇ ਜਿਹੜਾ ਲੈ ਜਾਵੇ ਲੈ ਜਾਵੇ, ਇਹ ਚੀਜ਼ਾਂ ਲੁਟਾ ਦੇ, ਸੁਰਖਰੂ ਹੋ ਜਾ, ਇਹਨਾਂ ਬੰਧਨਾਂ ਵਿੱਚੋਂ, ਮੋਹ ਮਾਇਆ ਚੋਂ ਨਿਕਲ ਜਾ। ਹਾਂਜੀ। ਲੈ ਕੇ ਰੰਕ ਪਰਮ ਸੁਖ ਪਾਵੈ, ਤੇਰੋ ਸੀਸ ਅਸੀਸ ਅਲਾਵੈ। ਗਰੀਬ ਲੋਕ ਲੈਣਗੇ, ਵਰਤ ਲੈਣਗੇ, ਪਰ ਮਰਦਾਨੇ ਇੱਕ ਕੰਮ ਜ਼ਰੂਰ ਕਰਨਗੇ, ਤੇਰੇ ਸਿਰ ਨੂੰ ਸੀਸਾਂ ਬੜੀਆਂ ਦੇਣਗੇ, ਤੇਰੇ ਲਈ ਦੁਆਵਾਂ ਕਰਨਗੇ, ਤੇਰੇ ਲਈ ਅਰਦਾਸਾਂ ਕਰਨਗੇ। ਮੈਂ ਕਈ ਵਾਰੀ ਬੇਨਤੀ ਕੀਤੀ, ਬਜ਼ੁਰਗਾਂ ਤੋਂ ਸੁਣੀਏ, ਤੁਹਾਨੂੰ ਕਿਸੇ ਕਿਤਾਬ ਚੋਂ ਨਹੀਂ ਮਿਲਣੀ। ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ, ਪੁੱਤਰ ਜੇ ਆਪਣੀ ਧੀ ਅਮੀਰ ਹੋਵੇ ਨਾ, ਉਹਨੂੰ ਕੁਝ ਨਹੀਂ ਦੇਣਾ ਚਾਹੀਦਾ, ਉਹਦਾ ਘਰ ਭਰਿਆ ਹੋਇਆ ਹੈ, ਉਹਦੇ ਨਾਂ ਤੇ ਕਹਿੰਦੇ ਕਿਸੇ ਗਰੀਬ ਦੀ ਧੀ ਲੱਭ ਕੇ ਉਹਨੂੰ ਦੇ ਦਿਓ। ਤੇ ਕੀ ਹੋਏਗਾ? ਕਹਿੰਦੇ ਜਿਹੜੀ ਗਰੀਬ ਦੀ ਧੀ ਹੈ ਨਾ, ਉਹ ਸਵੇਰੇ ਸ਼ਾਮ ਅਰਦਾਸ ਕਰੇਗੀ ਕਿ ਰੱਬਾ ਜਿਸ ਬਾਪ ਨੇ ਮੈਨੂੰ ਇਹ ਦਿੱਤਾ ਹੈ, ਉਹਦੀ ਧੀ ਨੂੰ ਵੀ ਸੁੱਖ ਦੇਵੀਂ। ਉਹ ਗਰੀਬ ਦੀ ਧੀ ਤੁਹਾਡੀ ਧੀ ਦੇ ਵਾਸਤੇ ਦੁਆਵਾਂ ਕਰੇਗੀ, ਅਰਦਾਸਾਂ ਕਰੇਗੀ, ਬੇਨਤੀਆਂ ਕਰੇਗੀ। ਸਤਿਗੁਰੂ ਕਹਿੰਦੇ ਮਰਦਾਨਿਆ ਲੁਟਾ ਦੇ, ਇਹ ਗਰੀਬ ਲੋਕ ਤੇਰੇ ਸਿਰ ਨੂੰ ਦੁਆਵਾਂ ਦੇਣਗੇ। ਹਾਂਜੀ। ਹਸਣੇ ਤੇ ਲੱਜਤ ਮਰਦਾਨਾ, ਹਿਰਦੈ ਗੁਣਤ ਮੈਂ ਭਇਓ ਇਆਨਾ। ਹੁਣ ਮਰਦਾਨੇ ਨੂੰ ਸਮਝ ਆਈ ਕਿ ਮੈਂ ਤੇ ਵਾਕਈ ਬੱਚਾ ਨਿਕਲਿਆ, ਸਾਰਾ ਦਿਨ ਹੀ ਗਵਾ ਲਿਆ, ਮਾਇਆ ਇਕੱਠੀ ਕਰਦੇ ਆ, ਸਵੇਰੇ ਇਕੱਠੀ ਕਰ ਲਈ, ਸ਼ਾਮ ਨੂੰ ਲਟਾਤੀ, ਤੇ ਖਾਤਾ ਕੀ ਨਿਕਲਿਆ? ਖਾਤਾ ਬਰਾਬਰ ਹੋ ਗਿਆ। ਤੇ ਕੀ ਫਾਇਦਾ ਹੋਇਆ ਸਾਰਾ ਦਿਨ ਕਰਨ ਦਾ? ਅਸੀਂ ਵੀ ਇਦਾਂ ਹੀ ਕਰਦੇ ਹਾਂ। ਸਾਡੇ 'ਚ ਬੜੇ ਲੋਕ ਨੇ, ਪਹਿਲਾਂ ਬੇਈਮਾਨੀ ਦਾ ਪੈਸਾ ਇਕੱਠਾ ਕਰਨਗੇ, ਫਿਰ ਸ਼ਾਮ ਨੂੰ ਦਾਨ ਕਰਨ ਤੁਰ ਪੈਣਗੇ। ਨਹੀਂ, ਕਮਾਈ ਕਿਰਤ ਹੀ ਦਸਾਂ ਨੌਵਾਂ ਦੀ ਕਰੋ। ਮੈਂ ਜਿਹੜੀ ਉਹ ਤੁਹਾਨੂੰ ਸੁਣਾ ਰਿਹਾ ਸੀ ਨਾ, ਰਾਹੇ ਇਨਸਾਨੀਅਤ, ਮੈਂ ਉਹਦਾ ਇੱਕ ਐਪੀਸੋਡ ਵੇਖਿਆ। ਇੱਕ ਲਲਾਰੀ ਦਾ ਕੰਮ ਕਰਨ ਵਾਲਾ ਬਜ਼ੁਰਗ ਸਾਈਕਲ ਤੇ ਆਉਂਦਾ ਹੈ, ਉਹ ਪਤੀ ਪਤਨੀ ਨੇ, ਸ਼ਾਇਦ ਪਤਾ ਨਹੀਂ ਕੌਣ ਨੇ, ਉਹ ਰਸਤੇ ਵਿੱਚ ਉਹਨੂੰ ਰੋਕਦੇ ਨੇ। ਤੁਸੀਂ ਕਹੋਗੇ ਜੀ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਹੈ? ਉਹ ਪਹਿਲਾਂ ਉਸ ਇਲਾਕੇ 'ਚ ਜਾ ਕੇ, ਪਿੰਡ 'ਚ ਜਾ ਕੇ, ਪਹਿਲਾਂ ਉਹ ਇਸ ਗੱਲ ਦੀ ਤਬਦੀਸ਼ ਕਰਦੇ ਨੇ ਕਿ ਵਾਕਈ ਬੰਦਾ ਕਿਰਤੀ ਹੈ, ਚੋਰ ਤਾਂ ਨਹੀਂ, ਬੇਈਮਾਨ ਤਾਂ ਨਹੀਂ, ਭਿਖਾਰੀ ਤਾਂ ਨਹੀਂ, ਲੋਕਾਂ ਤੋਂ ਭਿੱਖਿਆ ਮੰਗ ਕੇ ਰੋਟੀ ਤਾਂ ਨਹੀਂ ਖਾਂਦਾ, ਆਪਣੀ ਅਣਖ ਦੀ ਜ਼ਿੰਦਗੀ ਜਿਉਂਦਾ ਹੈ। ਤੇ ਉਹਨੂੰ ਰਸਤੇ 'ਚ ਰੋਕ ਕੇ ਮਿਲਦੇ ਨੇ, ਘਰ ਨਹੀਂ। ਕਹਿੰਦੇ ਜੀ ਤੁਹਾਡੇ ਹੱਥ ਨੀਲੇ ਹੋਏ ਨੇ, ਤੁਹਾਨੂੰ ਕੀ ਲੱਗਦਾ ਹੈ? ਕਹਿੰਦਾ ਮੈਨੂੰ ਬੜੀ ਖੁਸ਼ੀ ਹੈ, ਅੱਜ ਮੈਂ ਬੜਾ ਕੰਮ ਕਰਕੇ ਆਇਆ। ਜੋ ਕਮਾ ਕੇ ਲਿਆਇਆ, ਅੱਜ ਮੈਂ ਜਾ ਕੇ ਆਪਣੇ ਬੱਚਿਆਂ ਨੂੰ ਉਹਦੀ ਰੋਟੀ ਖਵਾਵਾਂਗਾ। ਅੱਛਾ, ਫਿਰ ਜਿਹੜੀ ਸਭ ਤੋਂ ਵੱਡੀ ਗੱਲ ਹੈ, ਉਹ ਘੜੀ ਘੜੀ ਅੱਲਾ ਕਹਿੰਦੇ ਨੇ, ਘੜੀ ਘੜੀ ਇਨਸ਼ਾ ਅੱਲਾ ਕਹਿੰਦੇ ਨੇ, ਮਾਰਸ਼ਾ ਅੱਲਾ ਕਹਿੰਦੇ ਨੇ। ਤੇ ਆਪਾਂ ਲੋਕ ਤੇ ਕਿਤੇ ਫਸੇ ਫਸਾਏ ਵਾਹਿਗੁਰੂ ਕਹਿੰਦੇ ਆ। ਨਹੀਂ ਤੇ ਮੈਂ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ, ਇੱਕ ਗੱਲ ਦੇ ਨਾਲ 5 ਗਾਲਾਂ ਕੱਢਦੇ ਅਸੀਂ ਲੋਕ। ਇਹ ਗਿਰਾਵਟ ਹੈ ਸਾਡੀ ਕਿ ਅਸੀਂ ਇੱਥੇ ਪਹੁੰਚ ਗਏ। ਪਰ ਉਹ ਲੋਕ ਇੱਕ ਗੱਲ ਦੇ ਨਾਲ 2 ਵਾਰੀ ਤਾਂ ਅੱਲਾ ਕਹਿ ਹੀ ਦਿੰਦੇ ਨੇ ਨਾ। ਪਰ ਇਹ ਕੌਣ ਨੇ? ਸਾਰੇ ਮੁਸਲਮਾਨ ਨਹੀਂ ਹੈ। ਇਹ ਉਹੀ ਨੇ ਜਿਹੜੇ 5 ਵਕਤ ਦੇ ਨਮਾਜ਼ੀ ਨੇ, ਜਿਹੜੇ ਕਿਰਤੀ ਨੇ, ਜਿਹੜੇ ਹੇਰਾ ਫੇਰੀ ਨਹੀਂ ਕਰਦੇ, ਜਿਹੜੇ ਲੋਕਾਂ ਦੇ ਰਹਿਮ ਕਰਮ ਤੇ ਨਹੀਂ ਜਿਉਂਦੇ। ਉਹਨਾਂ ਨੂੰ ਆਪਣੇ ਆਪ ਤੇ ਭਰੋਸਾ ਹੈ ਕਿ ਅਸੀਂ ਕੰਮ ਕਰਾਂਗੇ, ਅੱਲਾਹ ਤਾਲਾ ਬਰਕਤ ਪਾਏਗਾ। तो सच्चे पातशाह ने जदों मुस्कुराए, भाई मरदाना बड़े शर्मसार होए भी होया कि सारा दिन एवें गवा लिया, मत्थे भी टका ले, माया भी इकट्ठी कर लई, तो बाबा कहंदा लुटा भी दे, तो बाकी की बचिया। अज समा समाप्त है, सतगुरु कृपा करन। अगली कथा आपां कल गुरु की गोद विच बैठ के सुनीए। भुल्लां बख्शो जी, फतेह बुलाओ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।